ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਕੁਝ ਖਬਰਾਂ, ਕੁਝ ਮੁੱਦੇ, ਅੱਜ ਦੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ, ਉਹਨਾਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਜਿਨ੍ਹਾਂ ਬਾਰੇ ਅੱਜ ਕੈਨੇਡਾ ਦੇ ਵਿੱਚ, ਦੁਨੀਆ ਦੇ ਵਿੱਚ ਗੱਲਬਾਤ ਚੱਲਦੀ ਰਹੀ ਹੈ। ਅੱਜ ਫਿਰ ਪੂਰੀ ਦੁਨੀਆ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਕੋਵਿਡ-19 ਤੇ ਕੋਵਿਡ-19 ਦਾ ਓਮੀਕਰੋਨ ਵੇਰੀਐਂਟ, ਇਹਦੇ ਬਾਰੇ ਗੱਲਬਾਤ ਹੁੰਦੀ ਰਹੀ ਜਾਂ ਇਹਦੇ ਨਾਲ ਸੰਬੰਧਿਤ ਗੱਲਬਾਤ ਹੁੰਦੀ ਰਹੀ ਕਿ ਕਿੱਥੇ ਵੈਕਸੀਨ ਲਾਈ ਜਾ ਰਹੀ ਹੈ, ਕਿੱਥੇ ਵੈਕਸੀਨ ਕਿੱਥੇ ਤੱਕ ਪਹੁੰਚੀ ਹੈ, ਨਵਾਂ ਵੇਰੀਐਂਟ ਕਿਹੜਾ ਆ ਰਿਹਾ, ਇਹ ਪੈਂਡੈਮਿਕ ਕਦੋਂ ਖਤਮ ਹੋਊਗੀ, ਸਕੂਲ ਕਿੱਥੇ ਖੁੱਲ੍ਹ ਰਹੇ ਆ, ਦੁਬਾਰਾ ਇਹ ਕੋਵਿਡ-19 ਲੋਕਾਂ ਨੂੰ ਕਿਉਂ ਹੋ ਰਿਹਾ। ਕੁਬੈਕ ਕੈਨੇਡਾ ਦਾ ਇੱਕ ਸੂਬਾ, ਉਹ ਇੱਕ ਨਵਾਂ ਰੂਲ ਅਨਾਊਂਸ ਕਰਨ ਜਾ ਰਿਹਾ ਕਿ ਜਿਹੜੇ ਲੋਕ ਕੋਵਿਡ-19 ਦੀ ਵੈਕਸੀਨ ਲਾਉਣ ਤੋਂ ਨਾ ਕਰਦੇ ਆ, ਉਹਨਾਂ ਉੱਪਰ ਹੈਲਥ ਟੈਕਸ ਲਾਇਆ ਜਾਊਗਾ। ਕੋਵਿਡ-19 ਨੇ, ਇਸ ਪੈਂਡੈਮਿਕ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਤੇ ਅਜੇ ਤੱਕ ਇਹਦੇ ਤੋਂ ਬਚਣ ਦੇ ਕਈ ਤਰੀਕੇ ਲੱਭੇ ਜਾ ਰਹੇ ਆ। ਕਈ ਐਂਟੀਵਾਇਰਲ ਪਿਲਸ ਤਿਆਰ ਕੀਤੀਆਂ ਜਾ ਰਹੀਆਂ ਕਿ ਜੇ ਕਿਸੇ ਵਿਅਕਤੀ ਨੂੰ ਕੋਵਿਡ-19 ਹੋ ਜਾਵੇ ਤਾਂ ਉਹਨੂੰ ਉਹ ਗੋਲੀ ਦੇ ਦਿਓ, ਉਹਦੇ ਨਾਲ ਉਹਦਾ ਬਚਾਅ ਹੋ ਜਾਊਗਾ, ਉਹਦੇ ਨਾਲ ਉਹ ਹਸਪੀਟਲ 'ਚ ਜਾਣੋਂ ਬਚ ਜਾਊਗਾ, ਮੌਤ ਦਰ ਦੇ ਵਿੱਚ ਕਮੀ ਆ ਜਾਊਗੀ। ਪਰ ਫਿਰ ਵੀ ਅਜੇ ਤੱਕ ਇੱਕੋ ਇੱਕ ਗੱਲ ਜਿਹਦੇ ਉੱਤੇ ਸਾਰੇ ਵਿਗਿਆਨੀ ਸਹਿਮਤ ਨੇ ਕਿ ਇਹਦਾ ਇੱਕੋ ਇੱਕ ਇਲਾਜ ਵੈਕਸੀਨ ਆ, ਕਿ ਜਿੰਨੀ ਜ਼ਿਆਦਾ ਵੈਕਸੀਨੇਸ਼ਨ ਹੋਊਗੀ ਓਨਾ ਜ਼ਿਆਦਾ ਇਸ ਵਾਇਰਸ ਤੋਂ ਬਚਿਆ ਜਾ ਸਕਦਾ। ਇਹ ਨਿਯਮ ਕੈਨੇਡਾ ਵਿੱਚ ਵੀ ਲਾਗੂ ਹੁੰਦਾ, ਅਮਰੀਕਾ ਦੇ ਵਿੱਚ ਵੀ ਲਾਗੂ ਹੁੰਦਾ ਤੇ ਦੁਨੀਆ ਦੇ ਕਿਸੇ ਵੀ ਦੇਸ਼ ਉੱਪਰ ਲਾਗੂ ਹੁੰਦਾ। ਤੇ ਇਹ ਵੀ ਵਿਗਿਆਨੀ ਕਹਿੰਦੇ ਆ ਕਿ ਜਿੰਨਾ ਚਿਰ ਪੂਰੀ ਦੁਨੀਆ ਦੇ ਵਿੱਚ ਵੈਕਸੀਨੇਸ਼ਨ ਨਹੀਂ ਹੁੰਦੀ ਉਹਨਾਂ ਚਿਰ ਇਸ ਕੋਵਿਡ-19 ਤੋਂ ਨਿਜਾਤ ਨਹੀਂ ਪਾਈ ਜਾ ਸਕਦੀ। ਇਹਦੇ ਨਵੇਂ ਵੇਰੀਐਂਟ ਸਾਹਮਣੇ ਆਉਂਦੇ ਰਹਿਣਗੇ। ਜਦੋਂ ਵੈਕਸੀਨ ਆਈ, ਬਹੁਤ ਸਾਰੇ ਲੋਕਾਂ ਨੇ ਵੈਕਸੀਨ ਲਵਾਉਣੀ ਸ਼ੁਰੂ ਕਰ ਦਿੱਤੀ, ਬਹੁਤ ਸਾਰੇ ਲੋਕਾਂ ਨੇ ਵੈਕਸੀਨ ਲਵਾ ਲਈ। ਕੁਛ ਇੱਕ ਥੋੜ੍ਹੀ ਜਿਹੀ ਗਿਣਤੀ ਲੋਕਾਂ ਦੀ ਵੈਕਸੀਨ ਨਹੀਂ ਲਵਾ ਰਹੀ ਸੀ, ਉਹਨਾਂ ਦੇ ਵਿੱਚ ਕਈ ਕਾਰਨ ਸੀਗੇ। ਸਰਕਾਰਾਂ ਨੇ ਇਸ ਵੈਕਸੀਨ ਲਵਾਉਣ ਲਈ ਉਸ ਗਰੁੱਪ ਨੂੰ ਟਾਰਗੇਟ ਕਰਨ ਦੇ ਲਈ ਕਈ ਤਰ੍ਹਾਂ ਦੇ ਇਨਸੈਂਟਿਵ ਦਿੱਤੇ ਗਏ, ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ $100 ਦੇਵਾਂਗੇ, ਤੁਹਾਨੂੰ $1 ਮਿਲੀਅਨ ਦੀ ਲਾਟਰੀ ਕੱਢ ਦਿਆਂਗੇ, ਤੁਹਾਡੇ ਲਈ ਬਹੁਤ ਸਾਰੇ ਖਾਣ ਦੀਆਂ ਚੀਜ਼ਾਂ ਦੇਵਾਂਗੇ, ਕਈ ਕੁਛ ਦਿੱਤਾ ਗਿਆ। ਉਹਦੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਵੈਕਸੀਨ ਲਵਾ ਲਈ। ਬਾਵਜੂਦ ਇਹ ਸਾਰੇ ਕੁਛ ਦੇ ਬਾਵਜੂਦ ਸਰਕਾਰ ਦੇ ਪ੍ਰਚਾਰ ਕਰਨ ਦੇ ਇੱਕ ਛੋਟਾ ਜਿਹਾ ਸੈਗਮੈਂਟ ਅਜੇ ਵੀ ਵੈਕਸੀਨ ਲਵਾਉਣ ਦੇ ਲਈ ਤਿਆਰ ਨਹੀਂ ਆ। ਉਹ ਜਿਹੜੇ ਲੋਕ ਵੈਕਸੀਨ ਲਵਾਉਣ ਦੇ ਲਈ ਤਿਆਰ ਨਹੀਂ ਆ, ਉਹ ਇਸ ਵੇਲੇ ਜ਼ਿੰਮੇਵਾਰ ਨੇ ਬਹੁਤੇ ਕੇਸਾਂ ਦੇ ਵਾਧੇ ਦੇ ਵਿੱਚ ਤੇ ਇਸ ਵਾਇਰਸ ਨੂੰ ਖਤਮ ਹੋਣ ਦੇ ਵਿੱਚ ਜੋ ਵਿਗਿਆਨੀ ਯੋਗਦਾਨ ਪਾ ਰਹੇ ਆ, ਉਸ ਯੋਗਦਾਨ ਦਾ ਨੁਕਸਾਨ ਕਰ ਰਿਹਾ ਹੈ ਵੈਕਸੀਨ ਨਾ ਲਵਾਉਣ ਵਾਲੇ ਲੋਕ। ਕੁਬੈਕ ਨੇ ਇੱਕ ਨਵਾਂ ਤਰੀਕਾ ਲੱਭਿਆ, ਕੈਨੇਡਾ ਦੇ ਇਸ ਸੂਬੇ ਨੇ, ਇਸ ਪ੍ਰੋਵਿੰਸ ਨੇ, ਕਿ ਜਿਹੜੇ ਲੋਕ ਵੈਕਸੀਨ ਨਹੀਂ ਲਵਾਉਂਦੇ ਉਹਨਾਂ ਦੇ ਉੱਤੇ ਹੈਲਥ ਟੈਕਸ ਲਾ ਦਿਓ। ਕਿੰਨਾ ਟੈਕਸ ਲਾਉਣਾ ਇਹਦੇ ਬਾਰੇ ਹਜੇ ਨਹੀਂ ਦੱਸਿਆ ਗਿਆ, ਪਰ ਇਹ ਗੱਲ ਪੱਕੀ ਆ ਕਿ ਉਹਨਾਂ ਨੇ ਇਹ ਤਰੀਕਾ ਅਪਣਾਉਣਾ ਸ਼ੁਰੂ ਕਰ ਦਿੱਤਾ। ਕਿੰਨਾ ਕੁ ਸਹੀ ਆ, ਕਿੰਨਾ ਕੁ ਗਲਤ ਆ, ਇਹਦੇ ਬਾਰੇ ਲੋਕ ਚਰਚਾ ਕਰ ਰਹੇ ਆ। ਸੂਬੇ ਦੇ ਕੁਬੈਕ ਦੇ ਪ੍ਰੀਮੀਅਰ ਨੇ ਫ੍ਰੈਂਕੋਇਸ ਲਗਾਟ, ਉਹਨਾਂ ਨੇ ਫ੍ਰੈਂਕੋਇਸ ਲਗਾਟ ਨੇ ਇਹ ਅਨਾਊਂਸਮੈਂਟ ਕੀਤੀ ਆ ਮੌਂਟਰੀਅਲ ਦੇ ਵਿੱਚ ਮੰਗਲਵਾਰ ਨੂੰ ਬਾਅਦ ਦੁਪਹਿਰ, ਜਦੋਂ ਕਿ ਬਹੁਤ ਸਾਰੇ ਪੈਂਡੈਮਿਕ ਰਿਲੇਟਡ ਹਸਪੀਟਲਾਈਜੇਸ਼ਨ ਆ ਉਹ ਲਗਾਤਾਰ ਵੱਧ ਰਹੀ ਆ। ਇੱਕ ਜਿਹੜੀ ਦੱਸਿਆ ਜਾ ਕੇ ਜਿਹੜੀ ਹੈਲਥ ਕੰਟਰੀਬਿਊਸ਼ਨ ਆ ਉਹ ਸਾਰੇ ਅਡਲਟਸ ਦੇ ਉੱਤੇ ਲਾਈ ਜਾਊਗੀ ਜਿਹੜੇ ਵੈਕਸੀਨ ਨਹੀਂ ਲਵਾ ਰਹੇ। ਇੱਥੇ ਵੀ ਦੱਸਣਯੋਗ ਆ ਕਿ ਸਿਰਫ 10% ਲੋਕ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ, ਤੇ ਉਹ ਜਿਹੜੇ 10% ਨੇ ਉਹ 50% ਪੇਸ਼ੈਂਟਸ ਨੇ ਜਿਹੜੇ ICU ਬੈੱਡ ਦੇ ਉੱਤੇ ਹੈਗੇ ਆ। ਮਤਲਬ ਉਹ 10% ਹੀ ਬਹੁ ਗਿਣਤੀ ਦੇ ਵਿੱਚ ਹਸਪੀਟਲ ਦੇ ਵਿੱਚ ਜਾ ਰਹੇ ਆ। ਉਹੀ ਹਸਪੀਟਲ ਦੇ ਅਮਲੇ ਫੈਲੇ ਦੇ ਉੱਤੇ ਬੋਝ ਬਣ ਰਹੇ ਆ, ਉਹੀ ਪੂਰੇ ਹੈਲਥ ਕੇਅਰ ਸਿਸਟਮ ਦੇ ਉੱਤੇ ਜਿਹੜਾ ਪ੍ਰੈਸ਼ਰ ਪਾ ਰਹੇ ਆ। ਪ੍ਰੋਵਿੰਸ ਨੇ ਮੰਗਲਵਾਰ ਨੂੰ ਜਦੋਂ ਉਹਨਾਂ ਨੇ ਅਨਾਊਂਸਮੈਂਟ ਕੀਤੀ, ਜਿਸ ਦਿਨ 188 ਪੇਸ਼ੈਂਟ ਸੀਗੇ ਕੋਵਿਡ-19 ਦੇ, ਟੋਟਲ 2742 ਹੋ ਗਏ ਆ ਤੇ 255 ਜਿਹੜੇ ਆ ਉਹ ਇੰਟੈਂਸਿਵ ਕੇਅਰ ਦੇ ਵਿੱਚ ਆ। ਜਿਹੜੇ ਲੋਕ ਵੈਕਸੀਨ ਲਵਾਉਣ ਤੋਂ ਨਾ ਕਰ ਰਹੇ ਆ, ਕਿਹਾ ਜਾ ਰਿਹਾ ਕਿ ਹਸਪੀਟਲ ਸਟਾਫ ਦੇ ਉੱਤੇ ਬਰਡਨ ਆ, ਬਹੁਤ ਵੱਡਾ ਫਾਈਨੈਂਸ਼ੀਅਲ ਬਰਡਨ ਆ ਬਹੁਤੇ ਕੁਬੈਕ ਦੇ ਵਿੱਚ ਰਹਿਣ ਵਾਲਿਆਂ ਦੇ ਉੱਤੇ। ਤੇ ਇਹ ਕਹਿੰਦੇ ਮਨਜ਼ੂਰ ਨਹੀਂ ਹੋ ਸਕਦਾ ਜਿਹੜੇ 10% ਆ ਇਹ ਦੂਜੇ 90% ਨੂੰ ਪਰੇਸ਼ਾਨੀ ਪੈਦਾ ਕਰਨ। 90% ਲੋਕਾਂ ਨੇ ਕੋਈ ਨਾ ਕੋਈ ਸੈਕਰੀਫਾਈਸ ਕੀਤਾ, ਆਪਣਾ ਫੈਸਲਾ ਲਿਆ, ਉਹਨਾਂ ਨੇ ਵੈਕਸੀਨ ਲਵਾਈ ਆ। ਤੇ ਜਿਹੜੇ 10% ਨਹੀਂ ਲਵਾ ਰਹੇ, ਉਹਨਾਂ ਕਾਰਨ ਕੋਵਿਡ ਨਹੀਂ ਖਤਮ ਹੋ ਰਿਹਾ, ਉਹਨਾਂ ਕਾਰਨ ਹੀ ਲੋਕਡਾਊਨ ਲੱਗ ਰਿਹਾ, ਉਹਨਾਂ ਕਾਰਨ ਹੀ ਸਾਰਾ ਕੁਝ ਬੰਦ ਹੋ ਰਿਹਾ ਤੇ ਉਹਦਾ ਖਾਮਿਆਜਾ ਸਾਰਿਆਂ ਨੂੰ ਭੁਗਤਣਾ ਪੈ ਰਿਹਾ। ਚਾਹੇ ਭਾਵੇਂ ਕਿ ਕੁਬੈਕ ਦੇ ਪ੍ਰੀਮੀਅਰ ਨੇ ਗੱਲ ਕਹੀ ਆ, ਪਰ ਇਹ ਗੱਲ ਕੈਨੇਡਾ, ਅਮਰੀਕਾ ਹਰ ਥਾਂ ਦੇ ਉੱਤੇ ਲਾਗੂ ਹੁੰਦੀ ਆ। ਤੇ ਹੁਣ ਇਹਦੇ ਲਈ ਇਹ ਯਤਨ ਕੀਤਾ ਜਾ ਰਿਹਾ, ਜਿਹੜਾ ਵੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਘੱਟੋ ਘੱਟ ਇੱਕ ਡੋਜ਼ ਲਾਉਣ ਤੋਂ ਰਿਫਿਊਜ਼ ਕਰ ਦਊਗਾ, ਉਹਨੂੰ ਬਿੱਲ ਆਊਗਾ, ਉਹਨੂੰ ਟੈਕਸ ਬਿੱਲ, ਹੈਲਥ ਟੈਕਸ ਜਿਹੜਾ ਲਾਇਆ ਜਾਊਗਾ। ਇਹ ਵੀ ਉਹਨਾਂ ਨੇ ਕਿਹਾ ਕਿ ਵੈਕਸੀਨੇਸ਼ਨ ਜਿਹੜੀ ਆ ਇੱਕ ਕੀ ਆ, ਇੱਕ ਖਾਸ ਚੀਜ਼ ਆ ਜਿਹੜੀ ਸਕਸੈਸ ਦੇ ਲਈ, ਜਿਹਦੇ ਨਾਲ ਇਸ ਕੋਵਿਡ-19 ਤੋਂ ਨਿਜਾਤ ਪਾਈ ਜਾ ਸਕਦੀ ਆ। ਪਿਛਲੇ ਇੱਕ ਹਫ਼ਤਾ ਪਹਿਲਾਂ ਜਿਹੜੇ ਹੈਲਥ ਮਿਨਿਸਟਰ ਨੇ ਕ੍ਰਿਸਟੀਅਨ ਡੁਬੇ, ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਪ੍ਰੋਵਿੰਸ ਵੈਕਸੀਨ ਪਾਸਪੋਰਟ ਰਿਕੁਆਇਰਡ ਹੋਊਗਾ, ਜ਼ਰੂਰੀ ਹੋਊਗਾ। ਜੇਕਰ ਤੁਸੀਂ ਕਿਸੇ ਵੀ ਥਾਂ ਦੇ ਉੱਤੇ ਚਾਹੇ ਲਿਕਵਿਡਸ ਆ ਚਾਹੇ ਕੈਨਾਬਿਸ ਆ ਉਹਨੂੰ ਖਰੀਦਦੇ ਆ, ਉਹਦੇ ਲਈ ਸਖਤੀ ਕੀਤੀ ਗਈ ਸੀ।
ਕਾਰਨ ਇੱਕੋ ਹੀ ਕੀਤਾ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕ ਵੈਕਸੀਨ ਲਵਾ ਲੈਣ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਐਸੈਂਸ਼ੀਅਲ ਬਿਜ਼ਨਸ ਆ, ਉਹ ਪਰਸਨਲ ਕੇਅਰ ਸਰਵਿਸਿਜ਼ ਨੇ, ਉੱਥੇ ਤੱਕ ਵੀ ਇਹ ਸਾਰੇ ਨਿਯਮ ਵਧਾਏ ਜਾ ਰਹੇ ਆ। ਉਹ ਕਹਿੰਦੇ ਇਸ ਵੇਲੇ ਸਾਡੇ ਕੋਲ ਸਿੱਧਾ ਕੁਐਸਚਨ ਆ ਕਿ 90% ਜਿਹੜੇ ਆਪਣਾ ਸੈਕਰੀਫਾਈਸ ਕਰ ਰਹੇ ਆ, ਉਹ 10% ਦੀ ਗਲਤੀ ਨੂੰ ਕਿਉਂ ਭੁਗਤਣ। ਤੇ ਇਹਦਾ ਇੱਕੋ ਇੱਕ ਇਲਾਜ ਦੱਸਿਆ ਜਾ ਰਿਹਾ ਕਿ ਜਿੰਨੀ ਜਲਦੀ ਹੋ ਸਕਦਾ ਜਾਂ ਤਾਂ ਉਹ ਵੈਕਸੀਨ ਲਵਾ ਲੈਣ, ਨਹੀਂ ਤਾਂ ਫਿਰ ਖਾਸ ਟੈਕਸ ਦੇਣ ਦੇ ਲਈ ਤਿਆਰ ਰਹਿਣ। ਇਸ ਗੱਲ ਕਰਕੇ ਜਿਹੜੀ ਵੈਕਸੀਨੇਸ਼ਨ ਆ, ਇਹਨੂੰ ਓਬਲੀਗੇਟਰੀ ਬਣਾਇਆ ਜਾ ਰਿਹਾ। ਹੁਣ ਇਹਦਾ ਦੂਜਾ ਪੱਖ ਇਹ ਆ ਕਿ ਲੋਕ ਤਾਂ ਪਹਿਲਾਂ ਵੈਕਸੀਨ ਦਾ ਵਿਰੋਧ ਕਰ ਰਹੇ, ਉਹ ਕਹਿ ਰਹੇ ਕਿ ਜਿਹੜਾ ਇਹ ਸਾਡੇ ਇਹ ਰਾਈਟਸ ਆ ਕਿ ਅਸੀਂ ਵੈਕਸੀਨ ਲਵਾਈਏ ਜਾਂ ਨਾ ਲਵਾਈਏ, ਸਾਡੀ ਬੋਡੀ ਜਿਹੜੀ ਸਾਡੀ ਪ੍ਰੋਪਰਟੀ ਆ, ਅਸੀਂ ਇਹਦੇ ਨਾਲ ਕੁਝ ਵੀ ਕਰ ਸਕਦੇ ਹਾਂ, ਅਸੀਂ ਇਹਦੇ ਜ਼ਿੰਮੇਵਾਰ ਹਾਂ, ਤੁਸੀਂ ਸਾਡੇ ਉੱਤੇ ਇਹਨੂੰ ਥੋਪ ਨਹੀਂ ਸਕਦੇ। ਹੁਣ ਇਹਦੇ ਕਹਿੰਦੇ ਕੋਰਟ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੂਜੇ ਪਾਸੇ ਦੇ ਹਿਸਾਬ ਨਾਲ ਆਰਗੂਮੈਂਟ ਹੋ ਸਕਦਾ ਹੈ। ਸਰਕਾਰ ਇਹਦੇ ਹੱਕ ਦੇ ਵਿੱਚ ਜਿਹੜੀ ਆਰਗੂ ਕਰ ਰਹੀ ਹੈ, ਤੇ ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਆ, ਜਿਹੜੇ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਵੈਕਸੀਨ ਜਿਹੜੀ ਆ ਓਬਲੀਗੇਟਰੀ ਨਹੀਂ ਹੋਣੀ, ਜਿਹੜੀ ਮੈਂਡੇਟਰੀ ਨਹੀਂ ਹੋਣੀ ਚਾਹੀਦੀ, ਤਾਂ ਉਹਨਾਂ ਦੇ ਲਈ ਇਹ ਕੋਰਟ ਦੇ ਵਿੱਚ ਜਾ ਕੇ ਉਹਨੂੰ ਚੈਲੰਜ ਕਰ ਸਕਦੇ ਆ। ਲੋਕ ਕਹਿ ਸਕਦੇ ਆ ਕਿ ਇਹ ਜਿਹੜੀ ਉਹਨਾਂ ਦੇ ਚਾਰਟਰ ਦੀ ਸੀਰੀਅਸ ਵਾਇਓਲੇਸ਼ਨ ਆ, ਇਹ ਉਹਨਾਂ ਦੀ ਪਰਸਨਲ ਇੰਟੈਗ੍ਰਿਟੀ, ਉਹਨਾਂ ਦੀ ਫਿਜ਼ੀਕਲ ਇੰਟੈਗ੍ਰਿਟੀ, ਉਹਨਾਂ ਦੀ ਹਰ ਇੱਕ ਚੀਜ਼ ਨੂੰ ਉਹਨਾਂ ਦੀ ਇੱਛਾ ਦੇ ਉਲਟ ਜਾ ਕੇ ਸਰਕਾਰ ਕਰ ਰਹੀ ਹੈ। ਜਦੋਂ ਤੁਸੀਂ ਡਿਸਕ੍ਰਿਮੀਨੇਟ ਕਰੋਗੇ ਕਿ ਕੁਝ ਲੋਕਾਂ ਨੂੰ ਟੈਕਸ ਲਾ ਰਹੇ ਹੋ, ਕੁਝ ਲੋਕਾਂ ਨੂੰ ਟੈਕਸ ਨਾ ਹੀ ਲਾ ਰਹੇ, ਤੇ ਕਾਰਨ ਉਹਦਾ ਵੈਕਸੀਨੇਸ਼ਨ ਆ, ਇਸ ਚੀਜ਼ ਨੂੰ ਕੁਦਰਤੀ ਤੌਰ ਤੇ ਸਿੱਧਾ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ। ਬਹੁਤ ਸਾਰੇ ਜਿਹੜੇ ਸਾਈਕੋਲੋਜਿਸਟ ਨੇ ਉਹ ਵੀ ਕਹਿ ਰਹੇ ਆ ਕਿ ਅਨਵੈਕਸੀਨੇਟਡ ਨੂੰ ਟੈਕਸ ਲਾਉਣਾ ਕੋਈ ਜਵਾਬ ਨਹੀਂ ਹੈ। ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਟੈਕਸ ਲਾ ਦਿਓ, ਉਹਨਾਂ ਨੂੰ ਹੈਲਥ ਟੈਕਸ ਲਾ ਦਿਓ ਵੀ ਜਿਹੜੇ ਵੈਕਸੀਨ ਨਹੀਂ ਲਵਾ ਰਹੇ। ਦਰਅਸਲ ਉਹਨਾਂ ਦੇ ਮਸਲੇ ਕੀ ਆ, ਭਾਵੇਂ ਉਹ 10% ਲੋਕ ਨੇ, ਉਹਨਾਂ 10% ਦੇ ਮਸਲਿਆਂ ਨੂੰ ਸਮਝਣਾ ਚਾਹੀਦਾ ਕਿ ਵੈਕਸੀਨ ਲਵਾ ਕਿਉਂ ਨਹੀਂ ਰਹੇ, ਤੇ ਉਹਨਾਂ ਨੂੰ ਕਨਵਿੰਸ ਕਰਨਾ ਚਾਹੀਦਾ, ਉਹਨਾਂ ਦੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ, ਉਹਨਾਂ ਨੂੰ ਸਮਝਾਉਣਾ ਚਾਹੀਦਾ, ਉਹਨਾਂ ਦੇ ਕੰਸਰਨਸ ਨੂੰ, ਉਹਨਾਂ ਦੇ ਜਿਹੜੇ ਡਰ ਆ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ। ਜੇ ਬਹੁਤ ਸਾਰੇ ਵੈਕਸੀਨ ਨੂੰ ਲੈ ਕੇ ਅਜੇ ਵੀ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਆ, ਉਹਨਾਂ ਖਦਸ਼ਿਆਂ ਦਾ ਜਵਾਬ ਦੇਣਾ ਚਾਹੀਦਾ। ਉਹਨਾਂ ਦਾ ਜਵਾਬ ਦੇਣਾ ਦੇ ਨਾਲ ਹੀ ਉਹ ਲੋਕ ਵੈਕਸੀਨ ਲਵਾਉਣਗੇ, ਨਾ ਕਿ ਇਹਦਾ ਤਰੀਕਾ ਇਹ ਹੋ ਸਕਦਾ ਕਿ ਉਹਨਾਂ ਦੇ ਉੱਤੇ ਟੈਕਸ ਲਾ ਦਿੱਤਾ ਜਾਵੇ। ਦੋਵੇਂ ਤਰ੍ਹਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆਮੋ ਸਾਹਮਣੇ ਹੋ ਜਾਣ, ਪਰ ਇਸ ਵੇਲੇ ਇਹ ਗੱਲਬਾਤ ਜਦੋਂ ਸਾਡੇ ਸਾਹਮਣੇ ਆਈ ਆ, ਤਾਂ ਉਸ ਵੇਲੇ ਕੁਬੈਕ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੈਲਥ ਟੈਕਸ ਲਾਗੂ ਹੋ ਸਕਦਾ। ਤੇ ਦੂਜੀ ਗੱਲ ਇਹ ਆ ਕਿ ਜੇ ਕੁਬੈਕ ਦੇ ਵਿੱਚ ਲਾਗੂ ਹੋ ਗਿਆ, ਜਿਹੜਾ ਕੈਨੇਡਾ ਦਾ ਇੱਕ ਸੂਬਾ ਹੈ, ਤਾਂ ਫਿਰ ਬਾਕੀ ਸੂਬੇ ਵੀ ਜੇ ਉੱਥੋਂ ਰਿਸਪੌਂਸ ਚੰਗਾ ਮਿਲਦਾ ਹੈ, ਤੇ ਜੇ ਵੈਕਸੀਨੇਸ਼ਨ ਰੇਟ ਵੱਧ ਜਾਂਦਾ, ਵਿਰੋਧ ਨਹੀਂ ਹੁੰਦਾ, ਤਾਂ ਕੁਦਰਤੀ ਤੌਰ ਤੇ ਬਾਕੀ ਸੂਬੇ ਵੀ ਇਸ ਗੱਲ ਵੱਲ ਵਿਚਾਰ ਕਰਨਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਤਰੀਕੇ ਦੇ ਨਾਲ ਹੀ ਵੈਕਸੀਨੇਸ਼ਨ ਜਿਹੜੀ ਆ ਉਹ ਵਧਾਈ ਜਾ ਸਕੇ। ਸੋ ਸਕੂਲਾਂ ਦੇ ਵਿੱਚ ਵੀ ਉੱਥੇ ਜਿਹੜੇ ਕਲਾਸਰੂਮ ਦੇ ਵਿੱਚ ਸੋਮਵਾਰ ਨੂੰ ਲੋਕ ਜਿਹੜੇ ਮੰਡੇ ਨੂੰ 17 ਜਨਵਰੀ ਨੂੰ ਉਹਨਾਂ ਨੇ ਆਉਣਾ ਆ, ਉਹਦੇ ਵੀ ਪ੍ਰੋ ਕੌਨਸ ਦੇਖੇ ਜਾ ਰਹੇ ਆ। ਇਸ ਗੱਲ ਨੂੰ ਵੀ ਮੰਨ ਰਹੇ ਆ ਕਿ ਇੱਕ ਪਾਸੇ ਜਿਹੜੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭੇਜਣਾ ਆ, ਉਹਦੇ ਨਾਲ ਕੰਟੈਕਟਸ ਵਧਣਗੇ, ਪਰ ਦੂਜੇ ਪਾਸੇ ਉਹ ਇਸ ਗੱਲ ਇਹ ਵੀ ਦ੍ਰਿੜ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਸੂਬੇ ਦੀ ਇਕੋਨਮੀ ਨੂੰ ਖੋਲ੍ਹਣਾ ਚਾਹੁੰਦੇ ਹਾਂ। ਇਸੇ ਇਕੋਨਮੀ ਨੂੰ ਖੋਲ੍ਹਣ ਦੇ ਲਈ ਵੈਕਸੀਨੇਸ਼ਨ ਨੂੰ ਮੈਂਡੇਟਰੀ ਕੀਤਾ ਜਾ ਰਿਹਾ। ਦੂਜੇ ਸ਼ਬਦਾਂ ਦੇ ਵਿੱਚ ਜਿਹੜੇ ਲੋਕ ਵੈਕਸੀਨ ਨਹੀਂ ਲਵਾਉਂਦੇ, ਉਹਨਾਂ ਦੇ ਉੱਤੇ ਹੈਲਥ ਟੈਕਸ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਸਕਦਾ, ਤੇ ਇਹ ਕੈਨੇਡਾ ਦੇ ਵਿੱਚ ਇੱਕ ਨਵੀਂ ਕੰਟਰੋਵਰਸੀ ਵੀ ਹੋ ਸਕਦੀ ਹੈ। ਕੋਵਿਡ ਦੇ ਕੇਸਾਂ ਦੀ ਗਿਣਤੀ ਵਧਣ ਤੋਂ ਬਾਅਦ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਾਂ ਦੇ ਵਿੱਚ ਰਿਸਟ੍ਰਿਕਸ਼ਨਸ ਲੱਗੀਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਰਿਸਟ੍ਰਿਕਸ਼ਨਸ ਲੱਗ ਚੁੱਕੀਆਂ। ਬ੍ਰਿਟਿਸ਼ ਕੋਲੰਬੀਆ ਦੇ ਲੋਕ ਇਹ ਸਵਾਲ ਕਰ ਰਹੇ ਆ ਕਿ ਇਹ ਰਿਸਟ੍ਰਿਕਸ਼ਨਸ ਕਦੋਂ ਖਤਮ ਹੋਣਗੀਆਂ, ਸਾਨੂੰ ਕੀ ਮਾਡਲਿੰਗ ਕੀ ਹੈ ਕੇਸਿਸ ਦੀ, ਆਉਣ ਵਾਲੇ ਦਿਨਾਂ ਦੇ ਵਿੱਚ ਹੋਣਾ ਕੀ ਆ, ਕਿ ਜੇ ਇਸ ਤਰੀਕੇ ਨਾਲ ਕੇਸਿਸ ਵਧਣੇ ਆ, ਇਹ ਹੋਰ ਵਧਣਗੇ, ਘਟਣਗੇ, ਕਦੋਂ ਖਤਮ ਹੋਣਗੇ। ਜਿਹੜੇ ਵਿਗਿਆਨੀ ਨੇ ਉਹ ਹਮੇਸ਼ਾ ਇੱਕ ਮਾਡਲਿੰਗ ਲੈ ਕੇ ਆਉਂਦੇ ਨੇ। ਅਫੀਸ਼ੀਅਲ ਜਿਹੜੇ ਹੈਲਥ ਅਫੀਸ਼ੀਅਲ ਨੇ ਉਹ ਦੱਸਦੇ ਨੇ ਕਿ ਪਿਛਲੇ 10 ਜਾਂ 15 ਦਿਨਾਂ ਦੇ ਵਿੱਚ ਜਾਂ ਹਫ਼ਤੇ ਦੇ ਵਿੱਚ ਆਹ ਟ੍ਰੈਂਡ ਆ ਰਿਹਾ, ਤੇ ਇਹ ਟ੍ਰੈਂਡ ਅੱਗੇ ਇਸ ਤਰੀਕੇ ਨਾਲ ਚੱਲੂਗਾ, ਤੇ ਉਹਦੇ ਆਧਾਰ ਦੇ ਉੱਤੇ ਫਿਰ ਉਹ ਅੰਦਾਜ਼ਾ ਲਾਇਆ ਜਾਂਦਾ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਊਗਾ। ਅਫੀਸ਼ੀਅਲਸ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਹਿ ਰਹੇ ਆ ਕਿ ਜਿਹੜੀਆਂ ਗੈਦਰਿੰਗਸ ਦੇ ਉੱਤੇ ਰਿਸਟ੍ਰਿਕਸ਼ਨਸ ਲੱਗੀਆਂ ਆ ਪ੍ਰੋਵਿੰਸ ਦੇ ਵਿੱਚ, ਇਹ ਜਲਦੀ ਕਿਤੇ ਨਹੀਂ ਹਟਣ ਵਾਲੀਆਂ, ਕਿਉਂਕਿ ਇਸ ਵੇਲੇ ਜਿਹੜੀ ਪੈਂਡੈਮਿਕ ਦੀ ਵੇਵ ਆਈ ਆ, ਕਿਹਾ ਜਾ ਰਿਹਾ ਕਿ ਕੁਝ ਹਫ਼ਤੇ ਹੋਰ ਐਸੇ ਤਰ੍ਹਾਂ ਡਰੈਗ ਹੋਊਗੀ, ਐਸੇ ਤਰ੍ਹਾਂ ਖਿੱਚੀ ਜਾਊਗੀ, ਕੁਝ ਹਫ਼ਤੇ, ਇਹਨੂੰ ਫਿਊ ਵੀਕਸ ਤੱਕ ਇਹਦੀ ਕੋਈ ਆਸ ਨਹੀਂ ਆ ਕਿ ਇੱਕਦਮ ਆਉਣ ਵਾਲੇ ਅਗਲੇ ਹਫ਼ਤੇ ਜਾਂ ਉਹ ਤੋਂ ਅਗਲੇ ਹਫ਼ਤੇ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋ ਜਾਵੇ ਤੇ ਰਿਸਟ੍ਰਿਕਸ਼ਨਸ ਚੱਕ ਲਈਆਂ ਜਾਣ। ਬਹੁਤ ਸਾਰੇ ਲੋਕ ਇਸ ਗੈਦਰਿੰਗਸ ਦੀ ਉਡੀਕ ਕਰ ਰਹੇ ਆ। ਆਉਣ ਵਾਲੇ ਸਮਰ ਦੇ ਵਿੱਚ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਵੈਡਿੰਗਸ ਪਲਾਨ ਕੀਤੀਆਂ ਆ ਜਾਂ ਕਰਨੀਆਂ ਆ, ਬਹੁਤ ਸਾਰੇ ਹੋਰ ਫੰਕਸ਼ਨਸ ਨੇ, ਉਹਦੇ ਬਾਰੇ ਲੋਕ ਇਸ ਵੇਲੇ ਅੱਖ ਰੱਖ ਰਹੇ ਆ। ਸਾਡੇ ਅਫੀਸ਼ੀਅਲਸ ਦੇ ਉੱਤੇ, ਜਿਹੜੇ ਖਾਸ ਕਰ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਆ, ਉਹਨਾਂ ਦੇ ਉੱਤੇ ਕਿ ਉਹ ਕੀ ਕਹਿੰਦੇ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਸਕੇ। ਉਹ ਕਹਿੰਦੇ ਅਸੀਂ ਜਲਦੀ, ਇਹ ਆਸ ਦੀ ਗੱਲ ਡਾਕਟਰ ਬੋਨੀ ਹੈਨਰੀ ਨੇ ਕਹੀ ਆ ਕਿ ਸਾਨੂੰ ਆਸ ਆ ਕਿ ਅਸੀਂ ਜਲਦੀ ਇਹ ਜਿਹੜੇ ਕੇਸਿਸ ਲਗਾਤਾਰ ਵਧੇ ਆ, ਇਹਦੇ ਵਿੱਚ ਡਿਕਲਾਈਨ ਦੇਖਾਂਗੇ,
ਭਾਵ ਇਹਦੇ ਵਿੱਚ ਕਮੀ ਆ ਜਾਊਗੀ, ਪਰ ਅਜੇ ਤੱਕ ਇੰਨਾ ਜ਼ਿਆਦਾ ਨਹੀਂ ਹੋਊਗਾ ਕਿ ਜਿਹੜਾ ਇਸ ਵੇਲੇ ਪ੍ਰੈਸ਼ਰ ਇੱਕ ਹੈਲਥ ਕੇਅਰ ਸਿਸਟਮ ਦੇ ਉੱਤੇ ਬਣਿਆ ਹੈ ਕਿ ਉਹਦੇ ਕੋਲੋਂ ਬਚਿਆ ਜਾ ਸਕੇ। ਉਹ ਕਹਿੰਦੇ ਸਾਨੂੰ ਲੱਗ ਰਿਹਾ ਹੈ ਕਿ ਸਾਨੂੰ ਇੱਦਾਂ ਦੀ ਸੈਂਸ ਥੋੜ੍ਹੀ ਜਿਹੀ ਹੋ ਰਹੀ ਹੈ ਕਿ ਅਸੀਂ ਥੋੜ੍ਹਾ ਜਿਹਾ ਠੀਕ ਸਥਿਤੀ ਵਿੱਚ ਆ ਰਹੇ ਹਾਂ, ਪਰ ਰਾਈਟ ਨਾਓ ਸਾਡਾ ਕਹਿੰਦੇ ਪ੍ਰਾਇਮਰੀ ਫੋਕਸ ਇਸ ਵੇਲੇ ਇਸ ਗੱਲ ਦੇ ਉੱਤੇ ਆ ਕਿ ਜਿੰਨੀ ਵੱਧ ਤੋਂ ਵੱਧ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਓਪਨ ਰੱਖ ਸਕੀਏ। ਇਹ ਕੱਲ੍ਹ ਜਾਣੀ ਕਿ ਲੰਘੇ ਮੰਗਲਵਾਰ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਗੱਲਬਾਤ ਕਹੀ ਹੈ। ਡਾਕਟਰ ਬੋਨੀ ਹੈਨਰੀ ਤੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਉਹਨਾਂ ਨੇ ਕਿਹਾ ਕਿ ਪ੍ਰੋਵਿੰਸ ਇਹ ਗੱਲਬਾਤ ਜਦੋਂ ਉਹਨਾਂ ਨੂੰ ਪੁੱਛੀ ਗਈ ਕਿ ਮਾਡਲਿੰਗ ਕਦੋਂ ਪਤਾ ਕਦੋਂ ਲੱਗੂਗਾ ਕਿ ਕੇਸਿਸ ਵੱਧ ਰਹੇ ਆ ਘਟ ਰਹੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਬਣਨਾ, ਉਹ ਕਹਿੰਦੇ ਜਿਹੜੀ ਮਾਡਲਿੰਗ ਆ ਫਰਾਈਡੇ ਨੂੰ ਦਿੱਤੀ ਜਾਊਗੀ। ਸੋ ਸ਼ੁੱਕਰਵਾਰ ਨੂੰ ਜਾਣੀ ਕਿ ਪਰਸੋਂ ਨੂੰ ਸਾਨੂੰ ਇੱਕ ਅੰਦਾਜ਼ਾ ਮਿਲ ਜਾਊਗਾ, ਵਿਗਿਆਨੀ ਸਿਹਤ ਅਧਿਕਾਰੀ ਆਪਣਾ ਸਾਰਾ ਹਿਸਾਬ ਕਿਤਾਬ ਲਾ ਕੇ ਸਾਨੂੰ ਦੱਸ ਦੇਣਗੇ ਕਿ ਇਸ ਤਰੀਕੇ ਨਾਲ ਕੇਸ ਵੱਧ ਰਹੇ ਆ ਜਾਂ ਘਟ ਰਹੇ ਆ। ਆਉਣ ਵਾਲਾ ਇੰਨੇ ਸਮੇਂ ਦੇ ਵਿੱਚ ਜੇਕਰ ਇੰਨੇ ਕੇਸ ਆ ਜਾਂਦੇ ਤਾਂ ਆਹ ਖੁੱਲ੍ਹ ਮਿਲ ਜੂਗੀ, ਜੇਕਰ ਇੰਨੇ ਕੇਸ ਆ ਜਾਂਦੇ ਤਾਂ ਆਹ ਖੁੱਲ੍ਹ ਮਿਲ ਜੂਗੀ। ਇਹਦੇ ਬਾਰੇ ਸਾਨੂੰ ਸ਼ੁੱਕਰਵਾਰ ਦੀ ਉਡੀਕ ਕਰਨੀ ਪਊਗੀ। ਉਦਣ ਸਾਨੂੰ ਇਹ ਬਹੁਤੀ ਗੱਲਬਾਤ ਸਥਿਤੀਆਂ ਕਲੀਅਰ ਹੋ ਜਾਣਗੀਆਂ। ਦੂਜੀ ਗੱਲਬਾਤ ਇਹ ਆ ਕਿ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਇਹ 18 ਜਨਵਰੀ ਤੱਕ ਆ ਤੇ 18 ਜਨਵਰੀ ਨੂੰ ਇਹ ਐਕਸਪਾਇਰ ਹੋ ਜਾਣੀਆਂ, ਪਰ ਲੱਗਦਾ ਆ ਕਿ ਇਹਨਾਂ ਨੂੰ ਅੱਗੇ ਐਕਸਟੈਂਡ ਕੀਤਾ ਜਾ ਸਕਦਾ ਕੁਛ ਹਫ਼ਤੇ ਹੋਰ। ਜਿਹੜੇ ਕੱਲ੍ਹ ਜਦੋਂ ਇਹ ਅਨਾਊਂਸਮੈਂਟ ਕੀਤੀ ਹੈ ਤੇ 469 ਜਿਹੜੇ ਲੋਕ ਹਸਪਤਾਲ ਦੇ ਵਿੱਚ ਕੋਵਿਡ-19 ਨਾਲ ਮੰਗਲਵਾਰ ਨੂੰ ਗਏ ਆ, ਜਿਹਨਾਂ ਦੇ ਵਿੱਚ 97 ICU ਦੇ ਵਿੱਚ ਆ। ਅਫੀਸ਼ੀਅਲ ਦੱਸ ਰਿਹਾ ਕਿ 2239 ਨਵੇਂ ਕੇਸ 24 ਘੰਟਿਆਂ ਦੇ ਵਿੱਚ ਯਾਨੀ ਕਿ ਕੱਲ੍ਹ ਦੇ ਜਿਹੜੇ ਸੀਗੇ ਉਹ ਆਏ ਸੀ, ਤੇ ਜਿਹੜੇ ਨਵੇਂ ਨੰਬਰ ਉਹ ਵੀ ਕਨਫਰਮ ਕਰ ਰਹੇ ਆ ਕਿ 38 ਹੋਰ ਪੇਸ਼ੈਂਟ ਆ ਜਿਹੜੇ ਹਸਪਤਾਲ ਦੇ ਵਿੱਚ ਗਏ ਆ ਪਿਛਲੇ 24 ਘੰਟਿਆਂ ਦੇ ਵਿੱਚ। ਡਾਕਟਰ ਬੋਨੀ ਹੈਨਰੀ ਨੇ ਇਹ ਕਿਹਾ ਆ ਕਿ ਲੋਕ ਇਹਨਾਂ ਦੇ ਵਿੱਚੋਂ 3 ਜਣੇ ਨੇ ਜਿਹੜੇ 20ਵਿਆਂ ਦੇ ਵਿੱਚ ਨੇ ਆਪਣੇ, ਤੇ ਜਿਹੜੇ ਬਾਕੀ ਜਿਹੜੇ ਨੇ ਉਹ 30s ਦੇ ਵਿੱਚ ਹੈਗੇ ਆ ਜਿਹੜੇ ICU ਦੇ ਵਿੱਚ ਹੈਗੇ ਆ, ਤੇ ਉਹ ਸਾਰੇ ਜਿੰਨੇ ਇਸ ਵੇਲੇ ICU ਦੇ ਵਿੱਚ ਆ ਉਹ ਅਨਵੈਕਸੀਨੇਟਡ ਨੇ, ਭਾਵ ਉਹਨਾਂ ਦੇ ਵੈਕਸੀਨ ਨਹੀਂ ਲੱਗੀ। ਇੱਕ ਜਿਹੜੀ ਥਿਊਰੀ ਆ ਉਹ ਲਗਾਤਾਰ ਸਹੀ ਸਿੱਧ ਹੋ ਰਹੀ ਹੈ ਕਿ ਜੇ ਵੈਕਸੀਨ ਲਵਾ ਲਓਗੇ ਬਚਾਅ ਹੋ ਜਾਊਗਾ। ਵੈਕਸੀਨ ਲਵਾਉਣ ਤੋਂ ਬਾਅਦ ਵੀ ਕੋਵਿਡ ਹੋ ਸਕਦਾ, ਪਰ ਫਿਰ ਵੀ ਹਸਪੀਟਲ ਜਾਣ ਤੋਂ ਜਾਂ ICU ਦੇ ਵਿੱਚ ਜਾਣ ਤੋਂ ਜਾਂ ਹੋਰ ਜ਼ਿਆਦਾ ਗੰਭੀਰਤਾ ਤੋਂ ਬਚਿਆ ਜਾ ਸਕਦਾ। ਕਹਿ ਕੀ ਰਹੇ ਆ ਕਿ ਇਹ ਇੱਕ ਪ੍ਰੀਵੈਂਟੇਬਲ ਇਲਨੈਸ ਆ, ਇਹ ਇਹੋ ਜਿਹੀ ਬਿਮਾਰੀ ਆ ਜਿਹਦੇ ਨੂੰ ਪ੍ਰੀਵੈਂਟ ਕੀਤਾ ਜਾ ਸਕਦਾ, ਜਿਹਦੇ ਤੋਂ ਬਚਿਆ ਜਾ ਸਕਦਾ। ਸਾਡੇ ਹੈਲਥ ਕੇਅਰ ਸਿਸਟਮ ਦੇ ਉੱਤੇ ਬਹੁਤ ਵੱਡੀ ਡਿਸਟ੍ਰੈਸ ਇਹਨਾਂ ਨੇ ਪੈਦਾ ਕੀਤੀ ਹੈ ਇਹ ਸਾਰੇ ਕੁਛ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੋਂ ਬਚਣਾ ਪਊਗਾ। ਉਹ ਕਹਿੰਦੇ ਬਹੁਤ ਸਾਰੇ ਲੋਕ ਆ ਜਿਹੜੇ ਓਮੀਕਰੋਨ ਵੇਰੀਐਂਟ ਦੇ ਨਾਲ ਕੰਟਰੈਕਟ ਹੋਏ ਆ, ਉਹ ਜਿਹੜੇ ਕਿ ਵੈਕਸੀਨੇਟਡ ਸੀਗੇ, ਪਰ ਉਹਨਾਂ ਦੀ ਇਲਨੈਸ ਜਿਹੜੀ ਆ ਰਿਲੇਟਿਵਲੀ ਬਹੁਤ ਘੱਟ ਆ, ਰਿਸਕ ਬਹੁਤ ਘੱਟ ਆ। ਓਵਰਆਲ ਜਿਹੜੀ ਹੌਸਪੀਟਲਾਈਜੇਸ਼ਨ ਆ ਉਹ ਇਸ ਵੇਲੇ ਐਸੇ ਤਰ੍ਹਾਂ ਰਹੂਗੀ, ਕਦੇ ਉੱਪਰ ਚਲੇ ਜਾਂਦੀ ਆ, ਕਦੇ ਥੱਲੇ ਆ ਜਾਂਦੀ ਆ। ਤੇ ਹੌਸਪੀਟਲਾਈਜੇਸ਼ਨ ਪਿਛਲੇ ਦਿਨਾਂ ਦੇ ਵਿੱਚ ਦੁੱਗਣੇ ਦੇ ਲਗਭਗ ਹੋਈ ਆ ਇੱਕ ਮੰਥ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ, ਜਦੋਂ ਕਿ 211 ਲੋਕ ਜਿਹੜੇ ਹਸਪਤਾਲ ਦੇ ਵਿੱਚ ਸੀਗੇ। ਐਕਸਪਰਟ ਇਹ ਕਹਿ ਰਹੇ ਆ ਕਿ ਜਿਹੜੀ ਹੌਸਪੀਟਲਾਈਜੇਸ਼ਨ ਆ ਇਹ ਇੱਕ ਚੰਗਾ ਬੈਰੋਮੀਟਰ ਆ ਡਿਜ਼ੀਜ਼ ਦੇ ਇੰਪੈਕਟ ਦਾ, ਕਿੰਨਾ ਅਸਰ ਪਿਆ ਆ ਉਸ ਬਿਮਾਰੀ ਦਾ ਸਾਡੇ ਉੱਤੇ, ਪ੍ਰੈਸ਼ਰ ਕਿੰਨਾ ਆ ਉਹਨੂੰ ਚੈੱਕ ਕਰਨ ਦੇ ਲਈ ਇਹ ਨਹੀਂ ਦੇਖਿਆ ਜਾ ਸਕਦਾ ਕਿ ਕਿੰਨੇ ਲੋਕਾਂ ਨੂੰ ਜਿਹੜਾ ਕੋਵਿਡ-19 ਹੋਇਆ, ਅੱਜ ਕਿੰਨੇ ਨਵੇਂ ਮਰੀਜ਼ ਸਾਹਮਣੇ ਆਏ ਆ, ਇਹ ਵੀ ਇੱਕ ਮੀਟਰ ਹੋ ਸਕਦਾ ਆ, ਪਰ ਹਸਪੀਟਲ ਦੇ ਵਿੱਚ ਕਿੰਨੇ ਗਏ ਆ ਇਹ ਇੱਕ ਚੰਗਾ ਜਿਹੜਾ ਇੱਕ ਉਹਨੂੰ ਮਿਣਨ ਦੇ ਲਈ ਚੰਗਾ ਡਾਟਾ ਸਮਝਿਆ ਜਾਂਦਾ ਆ। ਤੇ ਇਹ ਜਿਹੜੀ ਬਹੁਤ ਸਾਰੀਆਂ ਕਹਿੰਦੇ ਐਡੀਸ਼ਨਲ ਟ੍ਰੀਟਮੈਂਟਸ ਆਪਸ਼ਨਸ ਨੇ ਜਿਹੜੀਆਂ ਅਸੀਂ ਜਿਨ੍ਹਾਂ ਬਾਰੇ ਵੀ ਸੋਚ ਰਹੇ ਹਾਂ। ਹੈਲਥ ਕੇਅਰ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ ਫਾਈਜ਼ਰ ਕੰਪਨੀ ਦੇ ਨਾਲ ਪਿਛਲੇ ਦਸੰਬਰ ਦੇ ਵਿੱਚ। ਫਾਈਜ਼ਰ ਕੰਪਨੀ ਨੂੰ ਇਹ ਕਿਹਾ ਕਿ 1 ਮਿਲੀਅਨ ਡੋਜ਼ਸ ਕੋਵਿਡ-19 ਐਂਟੀਵਾਇਰਲ ਪਿੱਲ ਦੀਆਂ ਸਾਨੂੰ ਦਿਓ। ਫਾਈਜ਼ਰ ਕੰਪਨੀ ਨੇ ਜਿੱਥੇ ਵੈਕਸੀਨ ਬਣਾਈ ਆ ਉੱਥੇ ਇਹਦੇ ਨਾਲ ਕੁਝ ਗੋਲੀਆਂ ਇੱਦਾਂ ਦੀਆਂ ਬਣਾਈਆਂ ਜਿਹੜੀਆਂ ਜਦੋਂ ਵਿਅਕਤੀ ਨੂੰ ਕੋਵਿਡ-19 ਹੋ ਜਾਂਦਾ ਉਹਦੇ ਤੋਂ ਬਾਅਦ ਜੇਕਰ ਦਿੱਤੀਆਂ ਜਾਣ ਤਾਂ ਉਹਦਾ ਇਲਾਜ ਹੋ ਜਾਂਦਾ, ਉਹ ਬਚ ਜਾਂਦਾ, ਉਹ ਹਸਪੀਟਲ ਜਾਣ ਤੋਂ ਵੀ ਬਚ ਜਾਂਦਾ। ਜਿਹੜੀ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਐਮਰਜੈਂਸੀ ਯੂਜ਼ ਇਹਦੀ ਆਥੋਰਾਈਜੇਸ਼ਨ ਦਿੱਤੀ ਆ ਜਿਹੜੀ ਪਿਛਲੇ ਹਫਤੇ ਇਸ ਦਵਾਈ ਦੇ, ਤੇ ਇਹਦਾ ਆਰਡਰ ਜਿਹੜਾ ਆ ਬ੍ਰਿਟਿਸ਼ ਕੋਲੰਬੀਆ ਨੇ ਫਾਈਜ਼ਰ ਕੰਪਨੀ ਨੂੰ ਦਿੱਤਾ ਆ। ਉਹ ਕਹਿੰਦੇ ਅਸੀਂ ਇਹਨੂੰ ਜਲਦੀ ਜਿਹੜਾ ਸਾਡੇ ਕੋਲ ਆ ਜਾਊਗੀ, ਤੇ ਇਸ ਵੇਲੇ ਇਸ ਵੇਵ ਦੇ ਵਿੱਚੋਂ ਨਿਕਲਣ ਦਾ ਇੱਕੋ ਇੱਕ ਤਰੀਕਾ ਆ ਕਿ ਜਿੱਥੇ ਤੱਕ ਹੋ ਸਕਦਾ ਆਪਣਾ ਬਚਾਅ ਰੱਖਿਆ ਜਾਵੇ, ਤੇ ਖਾਸ ਤੌਰ ਦੇ ਉੱਤੇ ਜਿਹਨੇ ਵੈਕਸੀਨ ਨਹੀਂ ਲਵਾਈ ਉਹ ਵੈਕਸੀਨ ਜ਼ਰੂਰ ਲਵਾ ਲੈਣ। ਸ਼ੁੱਕਰਵਾਰ ਨੂੰ ਇਹਦੇ ਬਾਰੇ ਵਿਸਥਾਰ ਦੇ ਵਿੱਚ ਸਾਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਵਾਸੀਆਂ ਨੂੰ, ਲੋਕਾਂ ਨੂੰ ਜਾਣਕਾਰੀ ਮਿਲ ਜਾਊਗੀ ਕਿ ਮਾਡਲਿੰਗ ਕੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ
ਕੀ ਕੇਸ ਵਧਣ ਤੇ ਜ਼ਿਆਦਾ ਸਖਤੀ ਹੋਣੀ ਆ ਜਾਂ ਖੁੱਲ੍ਹਾਂ ਮਿਲਣੀਆਂ, ਉਹਦੇ ਬਾਰੇ ਇੱਕ ਅੰਦਾਜ਼ਾ ਜਿਹਾ ਸਾਨੂੰ ਜ਼ਰੂਰ ਪਤਾ ਲੱਗ। ਕੋਵਿਡ-19 ਇੱਕ ਵਾਇਰਸ ਆ ਤੇ ਬਹੁਤ ਸਾਰੇ ਵੇਰੀਐਂਟ ਸਾਹਮਣੇ ਆਏ ਆ, ਕਦੇ ਡੈਲਟਾ ਵੇਰੀਐਂਟ ਤੇ ਕਦੇ ਓਮਿਕਰੋਨ ਵੇਰੀਐਂਟ। ਹੁਣ ਇੱਕ ਨਵਾਂ ਵੇਰੀਐਂਟ ਜਿਹਦਾ ਨਾਂ ਡੈਲਟਾ ਕਰੋਨ ਦੱਸਿਆ ਜਾ ਰਿਹਾ, ਕਈ ਨਿਊਜ਼ ਏਜੰਸੀ ਨੇ ਦੱਸਿਆ, ਸਾਹਮਣੇ ਲਿਆਂਦਾ ਕਿ ਇੱਕ ਹੋਰ ਵੇਰੀਐਂਟ ਜਿਹੜਾ ਸਾਹਮਣੇ ਆ ਗਿਆ, ਇਹਨੂੰ ਡੈਲਟਾ ਕਰੋਨ ਕਹਿ ਰਹੇ ਆ। ਭਾਵੇਂ ਕਿ ਇਹ ਕੋਵਿਡ-19 ਦਾ ਡੈਲਟਾ ਪਲੱਸ ਓਮਿਕਰੋਨ ਦੋਵਾਂ ਨੂੰ ਰਲਾ ਕੇ ਇੱਕ ਤੀਜੀ ਕਿਸਮ ਸਾਹਮਣੇ ਆ ਗਈ, ਜਿਹਨੂੰ ਡੈਲਟਾ ਕਰੋਨ ਕਿਹਾ ਜਾ ਰਿਹਾ। ਪਰ ਜਿਹੜੀਆਂ ਮੀਡੀਆ ਰਿਪੋਰਟਸ ਦੇ ਵਿੱਚ ਇਹ ਗੱਲਾਂ ਬਾਤਾਂ ਆਈਆਂ, ਇਹਨੂੰ ਸਾਇੰਟਿਸਟ ਨੇ ਬਹੁਤ ਹੱਦ ਤੱਕ ਗਲਤ ਕਿਹਾ। ਇੱਕ ਗਲਤ ਨਹੀਂ, ਦਰਅਸਲ ਇੱਕ ਗਲਤੀ ਕਿਹਾ ਕਿ ਲੈਬ ਦੇ ਵਿੱਚ ਇੱਕ ਗਲਤੀ ਆ, ਮਿਸਟੇਕ ਆ, ਜਿਹਦੇ ਕਰਕੇ ਇਹ ਗੱਲਬਾਤ ਸਾਹਮਣੇ ਆਈ ਆ ਕਿ ਅਜੇ ਭਾਵੇਂ ਕਿ ਫਾਈਨਲ ਰਿਪੋਰਟਸ ਇਸ ਨਵੇਂ ਵੇਰੀਐਂਟ ਡੈਲਟਾ ਕਰੋਨ ਬਾਰੇ ਸਾਹਮਣੇ ਨਹੀਂ ਆਈਆਂ। ਹਾਲਾਂਕਿ ਨਾਮ ਜਿਹੜਾ ਡੈਲਟਾ ਕਰੋਨ ਆ, ਨਾ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦਿੱਤਾ ਤੇ ਨਾ ਕਿਸੇ ਵਿਗਿਆਨੀਆਂ ਨੇ ਦਿੱਤਾ। ਮੀਡੀਆ ਦੇ ਵਿੱਚ ਜਿਹੜੀਆਂ ਕੁਝ ਰਿਪੋਰਟਸ ਆਈਆਂ ਕਿ ਲੈਬੋਰਟਰੀਜ਼ ਦੇ ਵਿੱਚ ਇੱਦਾਂ ਦਾ ਵਾਇਰਸ ਸਾਹਮਣੇ ਆਇਆ ਜਿਹਦੇ ਵਿੱਚ ਡੈਲਟਾ ਵਾਲੇ ਲੱਛਣ ਵੀ ਆ ਤੇ ਓਮਿਕਰੋਨ ਵਾਲੇ ਲੱਛਣ ਵੀ ਆ, ਤੇ ਉਹਦਾ ਇੱਕ ਨਾਂ ਰੱਖ ਲਿਆ ਗਿਆ ਡੈਲਟਾ ਕਰੋਨ। ਸਾਇੰਟਿਸਟ ਦੱਸ ਰਹੇ ਆ ਕਿ ਇਹ ਪੱਕੀ ਗੱਲ, ਉਹ ਕਹਿੰਦੇ ਲਗਭਗ ਪੱਕੀ ਗੱਲ ਆ ਕਿ ਜਿਹੜਾ ਇਹ ਨਵਾਂ ਹਾਈਬ੍ਰਿਡ ਕਿਹਾ ਜਾ ਰਿਹਾ SARS-CoV-2 ਵਾਇਰਸ ਦਾ, ਅਸਲ ਦੇ ਵਿੱਚ ਇਹ ਲੈਬੋਰਟਰੀ ਦੇ ਇੱਕ ਮਿਕਸਅਪ ਦਾ ਰਿਜ਼ਲਟ ਆ ਕਿ ਉਹਦੇ ਵਿੱਚ ਇੱਕ ਵਿਅਕਤੀ ਜਿਹਨੂੰ ਦੋਵੇਂ ਵੇਰੀਐਂਟ ਹੋ ਗਏ, ਡੈਲਟਾ ਵੇਰੀਐਂਟ ਵੀ ਹੋ ਗਿਆ ਤੇ ਓਮਿਕਰੋਨ ਵੇਰੀਐਂਟ ਵੀ ਹੋ ਗਿਆ, ਉਹਦੇ ਵਿੱਚੋਂ ਜਿਹੜੀ ਗੱਲਬਾਤ ਸਾਹਮਣੇ ਆਈ, ਉਹਦੇ ਵਿੱਚੋਂ ਇੱਕ ਭੁਲੇਖਾ ਲੱਗ ਗਿਆ ਕਿ ਸ਼ਾਇਦ ਇਹ ਡੈਲਟਾ ਕਰੋਨ ਇੱਕ ਨਵਾਂ ਵੇਰੀਐਂਟ ਸਾਹਮਣੇ ਆ ਗਿਆ। ਯੂਨੀਵਰਸਿਟੀ ਆਫ ਸਾਈਪਰਸ ਦੀ ਇੱਕ ਟੀਮ, ਉਹਨਾਂ ਨੇ ਲੋਕਲ ਬ੍ਰੌਡਕਾਸਟ ਇੱਕ ਹੈਗਾ ਸਿਗਮਾ TV, ਉਹਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੇ ਇੱਕ ਨਵਾਂ ਹਾਈਬ੍ਰਿਡ ਸਟ੍ਰੇਨ ਆਇਡੈਂਟੀਫਾਈ ਕੀਤਾ, ਉਹਨਾਂ ਨੂੰ ਲੱਭਿਆ SARS-CoV-2 ਦਾ, ਕਿ ਜਿਹਦੇ ਵਿੱਚ ਐਲੀਮੈਂਟਸ ਡੈਲਟਾ ਦੇ ਵੀ ਆ ਤੇ ਓਮਿਕਰੋਨ ਵੇਰੀਐਂਟਸ ਦੇ ਵੀ ਆ। ਟੀਮ ਨੇ ਇਹ ਦੱਸਿਆ ਕਿ 25 ਕੇਸ ਇੱਦਾਂ ਦੇ ਇਸ ਅਨਯੂਜ਼ੂਅਲ ਵੇਰੀਐਂਟ ਦੇ, ਜਿਹੜਾ ਕਿ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਉਹ ਸਾਹਮਣੇ ਆਏ ਆ। ਤੇ ਇਹ ਵੀ ਦੱਸਦੇ ਆ ਕਿ ਜਿਹੜੀ ਇਹਦੇ ਵਿੱਚ ਹਸਪੀਟਲਾਈਜ਼ਡ ਜਿਹੜੇ ਪੇਸ਼ੈਂਟ ਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਇਹ ਡੈਲਟਾ ਕਰੋਨ ਦੇਖਿਆ ਜਾ ਰਿਹਾ। ਉਹ ਕਹਿੰਦੇ ਜਿਹੜੀ ਇਹਦੀ ਜੈਨੇਟਿਕ ਸੀਕੁਐਂਸ ਆ, ਇਹਨੂੰ ਭੇਜਿਆ ਗਿਆ ਆ ਇੱਕ ਜਿਹੜੀ GISAID ਆ, ਜਿਹੜੀ ਇੱਕ ਇੰਟਰਨੈਸ਼ਨਲ ਡਾਟਾਬੇਸ ਆ ਜਿਹੜੀ ਮਿਊਟੇਸ਼ਨਸ ਨੂੰ ਟਰੈਕ ਕਰਦੀ ਆ ਕਿ ਉਹਦੇ ਜੈਨੇਟਿਕ ਸਟਰਕਚਰ ਦੇ ਵਿੱਚ ਕਿਸੇ ਵਾਇਰਸ ਦੇ ਕਿਹੜੀਆਂ ਚੇਂਜਸ ਆ ਕੇ ਕਿਹੜੀਆਂ ਮਿਊਟੇਸ਼ਨਸ ਹੋ ਕੇ ਨਵਾਂ ਵੇਰੀਐਂਟ ਆ ਰਿਹਾ। ਕਹਿੰਦੇ ਉਹਨੂੰ ਅਸੀਂ ਭੇਜਿਆ ਆ। ਇਹ ਵੀ ਕਿਹਾ ਜਾ ਰਿਹਾ ਕਿ ਸਟ੍ਰੇਨ ਜਿਹੜੀ ਡੈਲਟਾ ਕਰੋਨ ਜਿਹਨੂੰ ਮੀਡੀਆ ਕਹਿ ਰਿਹਾ ਆ, ਅਸਲ ਦੇ ਵਿੱਚ ਇੱਕ ਵਿਅਕਤੀ ਜਿਹਨੂੰ ਇਨਫੈਕਸ਼ਨ ਹੋਈ ਸੀ ਦੋਵੇਂ ਵੇਰੀਐਂਟਸ ਦੇ ਨਾਲ, ਉਹਦੇ ਵਿੱਚੋਂ ਸਾਹਮਣੇ ਆਇਆ ਆ। ਤੇ ਐਕਸਪਰਟ ਇਹਦੇ ਉੱਤੇ ਕਹਿ ਰਹੇ ਆ ਕਿ ਇਦਾਂ ਦਾ ਕੰਬੀਨੇਸ਼ਨ ਈਵੈਂਟ ਜਿਹੜਾ ਪੋਸੀਬਲ ਹੈਗਾ ਆ, ਪਰ ਇਹ ਬਹੁਤ ਘੱਟ ਆ ਤੇ ਅਜੇ ਇਹਨੂੰ ਬਹੁਤ ਵੱਡਾ ਰਿਸਕ ਨਹੀਂ ਮੰਨਿਆ ਜਾ ਰਿਹਾ। ਬਹੁਤ ਸਾਰੇ ਵਿਗਿਆਨੀ ਇਸ ਗੱਲ ਦੇ ਵਿੱਚ ਯਕੀਨ ਕਰ ਰਹੇ ਆ ਕਿ ਜਿਹੜਾ ਹਾਈਬ੍ਰਿਡ ਵੇਰੀਐਂਟ ਆ, ਇੱਕ ਕੰਟੈਮੀਨੇਸ਼ਨ ਸੀਕੁਐਂਸ ਦੀ ਕੰਟੈਮੀਨੇਸ਼ਨ ਦੇ ਨਾਲ ਹੋਇਆ ਆ। ਇਹ ਬਾਇਓਲੋਜੀਕਲ ਰੀਕੰਬੀਨੇਸ਼ਨ ਨਹੀਂ ਆ, ਮਤਲਬ ਇਹ ਨਹੀਂ ਕਿ ਕਿਸੇ ਵਾਇਰਸ ਦੇ ਵਿੱਚ ਦੋ ਕਿਸਮਾਂ ਜਿਹੜੀਆਂ ਰਲ ਗਈਆਂ ਹੁਣ, ਸਗੋਂ ਬਾਹਰ ਕਹਿੰਦੇ ਡੈਲਟਾ ਤੇ ਓਮਿਕਰੋਨ ਦੀ ਜਿਹੜੀ ਲਿੰਗੇਜ ਆ ਉਹ ਹੋਈ ਆ। ਇਸ ਤਰੀਕੇ ਦੇ ਨਾਲ ਇਹਦੇ ਬਾਰੇ ਜਿਹੜੀਆਂ ਡੈਲਟਾ ਕਰੋਨ ਬਾਰੇ ਖਬਰਾਂ ਆ ਰਹੀਆਂ, ਬਹੁਤੇ ਵਾਇਰੋਲੋਜਿਸਟ ਜਿਹੜੇ ਡਾਕਟਰ ਟੌਮ ਪੀਕੌਕ ਨੇ, ਵਾਇਰੋਲੋਜਿਸਟ ਇੰਪੀਰੀਅਲ ਕਾਲਜ ਲੰਡਨ ਦੇ ਵਿੱਚ, ਉਹ ਇਹਨੂੰ ਦੱਸ ਰਹੇ ਆ ਕਿ ਇਹ ਬਹੁਤ ਸਾਰੇ ਜਿਹੜੇ ਮੀਡੀਆ ਗਰੁੱਪ ਇਹਨੂੰ ਕਰ ਰਹੇ ਆ, ਇਹ ਕੰਟੈਮੀਨੇਸ਼ਨ ਆ। ਅਸਲ ਦੇ ਵਿੱਚ ਇਸ ਕਿਸਮ ਦਾ ਵੇਰੀਐਂਟ ਕੋਈ ਵੀ ਸਾਹਮਣੇ ਨਹੀਂ ਆਉਂਦਾ। ਇਹ ਸੀਕੁਐਂਸ ਵਿੱਚ ਦੱਸਦੇ ਆ ਕਿ ਜਿਹੜਾ ਓਮਿਕਰੋਨ ਵਰਗੀ ਮਿਊਟੇਸ਼ਨ ਦੇ ਜਿਹੜੀ ਦੇਖੀ ਜਾ ਰਹੀ ਆ, ਉੱਥੇ ਖਾਸ ਤੌਰ ਦੇ ਉੱਤੇ ਜਿਹੜੀ ਸੀਕੁਐਂਸ ਆ ਉਹਦੀ ਡੈਲਟਾ ਦੀ, ਉਹਨੂੰ ਤੇ ਦੂਜੀ ਸੀਕੁਐਂਸ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਦੇਖਿਆ ਜਾ ਰਿਹਾ। ਤੇ ਕੋਵਿਡ-19 ਪੈਂਡੈਮਿਕ ਨੇ ਉਹ ਕਹਿੰਦੇ ਸਾਨੂੰ ਇਹ ਗੱਲ ਦੱਸੀ ਆ, ਸਿਖਾਈ ਆ ਕਿ ਜਿਹੜੇ ਨੋਵਲ ਕਰੋਨਾ ਵਾਇਰਸ ਆ, ਇਹ ਕਿਸ ਤਰੀਕੇ ਨਾਲ ਮਿਊਟੇਟ ਕਰਦਾ। ਤੇ ਡੈਲਟਾ ਕਰੋਨ ਵਾਲੇ ਮਾਮਲੇ ਦੇ ਵਿੱਚ ਇਹ ਗੱਲ ਸੱਚੀ ਨਹੀਂ ਲੱਗਦੀ, ਇਹ ਇੱਕ ਲੈਬ ਦਾ ਮਿਕਸਅਪ ਲੱਗਦਾ ਆ। ਅਜੇ ਤੱਕ ਕਿਸੇ ਵੀ ਅਥਾਰਟੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਡੈਲਟਾ ਕਰੋਨ ਨਾਂ ਦਾ ਇੱਕ ਨਵਾਂ ਵੇਰੀਐਂਟ ਸਾਹਮਣੇ ਆਇਆ। ਦੁਨੀਆ ਦੇ ਵਿੱਚ ਮੋਬਾਈਲ ਵਿਅਕਤੀ ਦੀ ਬਹੁਤ ਅਹਿਮ ਲੋੜ ਬਣ ਚੁੱਕਿਆ। ਲੋਕ ਆਪਣਾ ਬਹੁਤਾ ਸਮਾਂ ਮੋਬਾਈਲ ਦੇ ਉੱਤੇ ਗੁਜ਼ਾਰਦੇ ਨੇ। ਪਹਿਲਾਂ ਜਿਹੜਾ ਬਹੁਤਾ ਸਮਾਂ ਟੀਵੀ ਲਈ ਗੁਜ਼ਾਰਿਆ ਜਾਂਦਾ ਸੀ, ਉਹ ਟੀਵੀ ਦਾ ਕੰਮ ਬਹੁਤਾ ਹੁਣ ਮੋਬਾਈਲ ਤੋਂ ਲਿਆ ਜਾਂਦਾ। ਤੇ ਮੋਬਾਈਲ ਦੇ ਵਿੱਚ ਜਿਹੜੇ ਲੋਕ ਨੇ, ਉਹ ਇੱਕ ਐਪ ਸਟੋਰ ਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਐਪ ਸਟੋਰ ਦੇ ਵਿੱਚੋਂ, ਜਿਹਦੇ ਵਿੱਚੋਂ ਬਹੁਤ ਸਾਰੀਆਂ ਐਪਲੀਕੇਸ਼ਨਸ ਆਪਾਂ ਡਾਊਨਲੋਡ ਕਰਦੇ ਹਾਂ, ਲੋਕ ਉਸ ਐਪ ਸਟੋਰ ਦੀਆਂ ਉਹਨਾਂ ਐਪਲੀਕੇਸ਼ਨ ਦੇ ਉੱਤੇ ਬਹੁਤ ਸਾਰਾ ਸਮਾਂ ਗੁਜ਼ਾਰ ਰਹੇ ਆ, ਸਪੈਂਡ ਕਰ ਰਹੇ ਆ। ਦੇਖਣ ਨੂੰ ਲੱਗਦਾ ਕਿ ਜਿਹੜਾ ਉਹਦੇ ਤੇ ਕਈ ਵਾਰੀ $1 ਜਾਂ $2 ਜਾਂ ਕੁਛ ਡਾਲਰ ਦੇ ਕੇ ਐਪਲੀਕੇਸ਼ਨ ਡਾਊਨਲੋਡ ਕੀਤੀ ਜਾਂਦੀ ਆ, ਵੀ ਇਹਦਾ ਕਿੱਡਾ ਕੁ ਵੱਡਾ ਬਿਜ਼ਨਸ ਹੋਊਗਾ, ਇਹਦੇ ਵਿੱਚੋਂ ਕਿੰਨੇ ਕੁ ਪੈਸੇ ਇਹਨਾਂ ਐਪਸ ਵਾਲਿਆਂ ਨੂੰ ਜਾਂ ਇਹਨਾਂ ਐਪ ਸਟੋਰ ਵਾਲਿਆਂ ਨੂੰ ਬਚਦੇ ਹੋਣਗੇ। ਦੱਸਿਆ ਜਾ ਰਿਹਾ ਕਿ ਇਹ
ਬਹੁਤ ਵੱਡਾ ਇੱਕ ਬਿਜ਼ਨਸ ਆ। ਇਹ ਬਿਜ਼ਨਸ ਹੋਰ ਜ਼ਿਆਦਾ ਫੈਲ ਰਿਹਾ ਆ, ਇਹਦੇ ਤੋਂ ਬਹੁਤ ਵੱਡੀ ਆਮਦਨ ਹੁੰਦੀ ਆ। ਅਮਰੀਕਾ ਦੇ ਵਿੱਚ ਇੱਕ ਵਿਅਕਤੀ ਜਿਹੜਾ ਐਵਰੇਜ ਆ ਉਹ 3.1 ਘੰਟੇ 3 ਘੰਟੇ ਮਤਲਬ ਲਗਭਗ 3 ਘੰਟੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਸਮਾਂ ਟੀਵੀ ਦੇ ਉੱਤੇ ਇੱਕ ਦਿਨ ਦੇ ਵਿੱਚ ਬਿਤਾਉਂਦਾ ਆ। ਪਰ ਹੌਲੀ ਹੌਲੀ ਸਮੇਂ ਦੇ ਲੰਘਣ ਨਾਲ ਦੱਸਦੇ ਆ ਕਿ ਉਹੀ ਵਿਅਕਤੀ ਹੁਣ 4 ਘੰਟੇ ਤੋਂ ਜ਼ਿਆਦਾ ਸਮਾਂ ਆਪਣੇ ਮੋਬਾਈਲ ਦੇ ਉੱਤੇ ਗੁਜ਼ਾਰ ਰਿਹਾ ਹੈ। ਸਾਰਾ ਦਿਨ ਅਸੀਂ ਕਿੰਨਾ ਚਿਰ ਮੋਬਾਈਲ ਦੇਖਦੇ ਹਾਂ, ਜੇਕਰ ਉਹ ਸਮਾਂ ਕੱਢ ਲਿਆ ਜਾਵੇ ਤਾਂ ਅਮਰੀਕਾ ਦੇ ਵਿੱਚੋਂ 4 ਘੰਟੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਦੱਸਿਆ ਜਾ ਰਿਹਾ। ਤੇ ਇਹ ਅਮਰੀਕਾ ਕੋਈ ਦੁਨੀਆ ਦੇ ਸਭ ਤੋਂ ਵੱਧ ਫੋਨ ਵਰਤਣ ਵਾਲੇ ਲੋਕਾਂ ਵਾਲਾ ਦੇਸ਼ ਨਹੀਂ ਹੈ। ਜਿਹੜੀ ਮਾਰਕੀਟ ਆ ਬ੍ਰਾਜ਼ੀਲ ਦੇ ਵਿੱਚ, ਇੰਡੋਨੇਸ਼ੀਆ ਦੇ ਵਿੱਚ, ਸਾਊਥ ਕੋਰੀਆ ਦੇ ਵਿੱਚ, ਉੱਥੇ 5-5 ਘੰਟੇ ਦਿਨ ਦੇ ਵਿੱਚ ਲੋਕ ਮੋਬਾਈਲ ਐਪਸ ਦੇਖਦੇ ਆ। 2021 ਦੇ ਅੰਕੜੇ ਦੱਸ ਰਹੇ ਆ। ਟੌਪ ਦੇ 10 ਜਿਹੜੇ ਮਾਰਕੀਟ ਐਨਾਲਿਸਿਸ ਨੇ, ਸਟੱਡੀਜ਼ ਨੇ, ਉਹ ਦੱਸ ਰਿਹਾ ਕਿ ਐਵਰੇਜ ਟਾਈਮ ਜਿਹੜਾ ਇੱਥੇ ਸਪੈਂਡ ਕੀਤਾ ਜਾਂਦਾ ਐਪਸ ਦੇ ਉੱਤੇ ਉਹ 4 ਘੰਟੇ 48 ਮਿੰਟ ਸੀ 2021 ਦੇ ਵਿੱਚ, ਔਰ ਜਿਹੜਾ 2019 ਨਾਲੋਂ 30% ਜ਼ਿਆਦਾ ਸੀ। ਸੋ ਜਿੰਨਾ ਸਮਾਂ ਉਹਦੇ ਉੱਤੇ ਜ਼ਿਆਦਾ ਬਿਤਾਇਆ ਜਾ ਰਿਹਾ, ਉਨੇ ਜ਼ਿਆਦਾ ਪੈਸੇ ਵੀ ਖਰਚੇ ਜਾ ਰਹੇ ਆ। ਇਹ ਜਿਹੜੀਆਂ ਐਵਰੇਜਸ ਆ ਇਹ ਬ੍ਰਾਜ਼ੀਲ, ਇੰਡੋਨੇਸ਼ੀਆ, ਸਾਊਥ ਕੋਰੀਆ, ਇੰਡੀਆ, ਮੈਕਸੀਕੋ, ਜਾਪਾਨ, ਟਰਕੀ, ਸਿੰਗਾਪੁਰ, ਕੈਨੇਡਾ ਤੇ ਅਮਰੀਕਾ, ਰਸ਼ੀਆ, UK, ਆਸਟ੍ਰੇਲੀਆ, ਇਹਨਾਂ ਫਰਾਂਸ, ਜਰਮਨੀ ਵਰਗੇ ਦੇਸ਼ਾਂ ਦਾ ਕੰਬਾਈਨਡ ਡਾਟਾ ਦੱਸ ਰਿਹਾ ਹੈ। ਇਹ ਸਾਰੇ ਦੇ ਵਿੱਚੋਂ ਬਹੁਤ ਸਾਰਾ ਸਮਾਂ ਸੋਸ਼ਲ ਮੀਡੀਆ ਦੇ ਉੱਤੇ, ਫੋਟੋ ਦੇ ਉੱਤੇ, ਵੀਡੀਓ ਐਪਸ ਦੇ ਉੱਤੇ, ਜਿਹੜੇ 7 ਤੇ 10 ਦੇ ਵਿੱਚੋਂ 7 ਮਿੰਟ ਜਿਹੜੇ ਫੋਨ ਦੇ ਉੱਤੇ ਆ ਉਹ ਇਹਨਾਂ ਚੀਜ਼ਾਂ ਦੇ ਉੱਤੇ ਲਾਏ ਜਾਂਦੇ ਆ, ਜਿਨ੍ਹਾਂ ਦੇ ਵਿੱਚ ਸੋਸ਼ਲ ਮੀਡੀਆ ਆ, ਫੋਟੋ ਤੇ ਵੀਡੀਓ ਐਪਸ ਸ਼ਾਮਲ ਨੇ। ਇਹ ਕੈਟਾਗਰੀਜ਼ ਤੇ ਪਲੱਸ ਜਿਹੜੀਆਂ ਐਂਟਰਟੇਨਮੈਂਟ ਦੀਆਂ ਐਪਸ ਨੇ ਉਹ ਵੀ ਇਸ ਕੈਟਾਗਰੀ ਦੇ ਵਿੱਚ ਆਉਂਦੀਆਂ, ਜਿਹੜੀਆਂ ਸਭ ਤੋਂ ਵੱਧ ਡਾਊਨਲੋਡ ਹੋ ਰਹੀਆਂ ਨੇ। US ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀਆਂ ਐਪਸ ਜਿਨ੍ਹਾਂ ਦੇ ਵਿੱਚ ਇੰਸਟਾਗ੍ਰਾਮ, ਟਿਕਟੌਕ, ਸਨੈਪਚੈਟ, ਨੈਟਫਲਿਕਸ ਜਾਂ ਜਿਹੜੀਆਂ ਹੋਰ ਸੀਗੀਆਂ ਫੇਸਬੁੱਕ, ਮੈਸੇਂਜਰ, ਐਮਾਜ਼ੋਨ, ਵਟਸਐਪ, ਜੈਨਐਕਸ, ਜਿਨ੍ਹਾਂ ਨੂੰ ਵੱਖਰੀ ਡੈਮੋਗ੍ਰਾਫੀਜ਼ ਦੇ ਵਿੱਚ ਦੇਖਿਆ ਜਾ ਰਿਹਾ ਕਿ ਲੋਕ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਆ ਤੇ ਇਹਦੇ ਉੱਤੇ ਬਿਤਾਉਣ ਵਾਲਾ ਸਮਾਂ ਲਗਾਤਾਰ ਵੱਧ ਰਿਹਾ। ਤੇ COVID-19 ਦੇ ਸਮੇਂ ਦੌਰਾਨ, ਜਦੋਂ ਕਿ ਪੈਂਡੈਮਿਕ ਆ, ਉਸ ਵੇਲੇ ਇਹ ਸਮਾਂ ਹੋਰ ਜ਼ਿਆਦਾ ਵੱਧ ਗਿਆ। ਇਹ ਜਿਹੜੀ ਮਾਰਕੀਟ ਆ, ਮਾਰਕੀਟ ਦੇ ਵਿੱਚ ਦੱਸਿਆ ਜਾ ਰਿਹਾ ਕਿ 43 ਬਿਲੀਅਨ ਡਾਲਰ 2021 ਦੇ ਵਿੱਚ ਹੋਰ ਐਡ ਹੋਏ ਆ, ਜਾਂ ਇੱਦਾਂ ਕਹਿ ਲਓ ਕਿ 10.4 ਬਿਲੀਅਨ ਡਾਲਰ 2020 ਨਾਲੋਂ ਜ਼ਿਆਦਾ ਇਸ ਮਾਰਕੀਟ ਦੇ ਵਿੱਚ ਐਡ ਹੋਏ ਆ। ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਦੁਨੀਆ ਦੇ ਵਿੱਚ ਕਿੰਨੀ ਵੱਡੀ ਇਹ ਮਾਰਕੀਟ ਆਪਣੇ ਆਪ ਦੇ ਵਿੱਚ ਹੈਗੀ ਆ। 30% 30% ਹਰ ਸਾਲ ਇਹਦੇ ਵਿੱਚ ਗਲੋਬਲ ਐਵਰੇਜ ਦੇ ਵਿੱਚ ਵਾਧਾ ਹੋ ਰਿਹਾ। ਜਿਹੜੇ ਹਾਈ ਐਂਡ ਕੰਜ਼ਿਊਮਿੰਗਸ ਨੇ ਉਹ 233 ਐਪਸ ਤੇ ਗੇਮ ਜਿਹੜੀਆਂ ਹੈਗੀਆਂ ਆ ਉਹ ਉਹਨਾਂ ਸਿਰਫ 233 ਐਪਲੀਕੇਸ਼ਨ ਦੇ ਉੱਤੇ ਹੀ 2021 ਦੇ ਵਿੱਚ 100 ਮਿਲੀਅਨ ਤੋਂ ਜ਼ਿਆਦਾ ਸਪੈਂਡ ਕੀਤਾ ਲੋਕਾਂ ਨੇ। 13 ਟਾਈਟਲ ਜਿਹੜੇ ਜਨਰੇਟਰ ਹੈਗੇ ਆ ਉਹ 1 ਬਿਲੀਅਨ ਨੇ। 20% 2020 ਦੇ ਵਿੱਚ ਜਿਹੜੀਆਂ 193 ਐਪਸ ਤੇ ਗੇਮ ਸੀਗੀਆਂ ਉਹਨਾਂ ਨੇ 100 ਮਿਲੀਅਨ ਦਾ ਮਾਰਕ ਜਿਹੜਾ ਨੇੜੇ ਕੀਤਾ। ਹੁਣ ਇਹ ਜਿਹੜੀ ਜਿੰਨਾ ਲੋਕ ਇਹਨਾਂ ਚੀਜ਼ਾਂ ਦੇ ਉੱਤੇ ਸਪੈਂਡ ਕਰ ਰਹੇ ਆ, ਇਹਦਾ ਅੰਦਾਜ਼ਾ ਲਾਇਆ ਜਾ ਸਕਦਾ ਕਿ 295 ਬਿਲੀਅਨ ਡਾਲਰ 2021 ਦੇ ਵਿੱਚ, ਜਿਹੜਾ ਕਿ 23% ਈਅਰ ਓਵਰ ਈਅਰ ਜਿਹੜਾ ਉੱਤੇ ਸੀ। ਭਾਵੇਂ ਬਹੁਤ ਸਾਰੇ ਡਰਜ਼ ਐਪਲ ਦੀ ਪ੍ਰਾਈਵੇਸੀ ਦੇ ਮਾਮਲੇ ਦੇ ਵਿੱਚ, IDFA ਕ੍ਰੈਕਡਾਊਨ ਦੇ ਮਾਮਲੇ ਦੇ ਵਿੱਚ ਇਸ ਸਾਲ 2022 ਦੇ ਵਿੱਚ ਐਕਸਪੈਕਟ ਕੀਤਾ ਜਾ ਰਿਹਾ, ਆਸ ਕੀਤੀ ਜਾ ਰਹੀ ਆ ਕਿ 350 ਬਿਲੀਅਨ 350 ਬਿਲੀਅਨ ਡਾਲਰ ਜਿਹੜਾ ਹੋਰ ਇਹਦੇ ਵਿੱਚ ਐਡ ਹੋਊਗਾ, ਜਿਹਦੇ ਵਿੱਚ ਜਿਹੜੀ ਆ ਬਹੁਤ ਕੁਝ ਇਹਦੇ ਵਿੱਚ ਸ਼ਾਮਲ ਆ। ਨਵੀਆਂ ਜਿਹੜੀਆਂ ਮੋਬਾਈਲ ਐਪਸ ਰਿਲੀਜ਼ ਹੋਈਆਂ ਆ 2021 ਦੇ ਵਿੱਚ, ਉਹ ਵੀ ਬਹੁਤ ਜ਼ਿਆਦਾ, ਉਹਨਾਂ ਦੀ ਵੀ ਬਹੁਤ ਜ਼ਿਆਦਾ ਗਰੋਥ ਦੱਸੀ ਜਾ ਰਹੀ ਆ। ਪਬਲਿਸ਼ਰਸ ਨੇ 2 ਮਿਲੀਅਨ ਨਵੀਆਂ ਐਪਸ ਤੇ ਗੇਮਸ ਜਿਹੜੀਆਂ ਲਾਂਚ ਕੀਤੀਆਂ ਆ। 2 ਮਿਲੀਅਨ ਟੋਟਲ ਐਪਸ ਜਿਹੜੀਆਂ ਲਾਂਚ ਹੋਈਆਂ ਆ, ਜਿਹੜੀਆਂ ਕਿ ਟੋਟਲ ਪਿਛਲੇ ਸਾਲ 2 ਮਿਲੀਅਨ ਹੋਈਆਂ ਤੇ ਟੋਟਲ ਜਿਹੜੀਆਂ ਗੂਗਲ ਪਲੇ ਦੇ ਉੱਤੇ 21 ਮਿਲੀਅਨ ਤੋਂ ਵੀ ਜ਼ਿਆਦਾ ਜਿਹੜੀਆਂ ਐਪਸ ਹੈਗੀਆਂ ਦੱਸੀਆਂ ਜਾ ਰਿਹਾ ਗੇਮਸ ਦੀਆਂ ਤੇ ਦੂਜੀਆਂ ਹੈਗੀਆਂ ਆ। ਇਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨੀਆਂ ਐਪਸ ਨੇ, ਕਿੰਨਾ ਕੁਛ ਇਹਦੇ ਉੱਤੇ ਪੇ ਕਰ ਰਹੇ ਆ ਲੋਕ। ਗੂਗਲ ਪਲੇ ਜਿਹੜਾ ਹੈਗਾ ਆ ਉਹਦੇ ਉੱਤੇ ਉਹ ਵੀ 77% ਇਹ ਸਾਰੇ ਨਵੇਂ ਰਿਲੀਜ਼ ਦੇ ਲਈ ਪਿਛਲੇ ਸਾਲ ਦੱਸਿਆ ਜਾ ਰਿਹਾ ਕਿ ਜ਼ਿੰਮੇਵਾਰ ਆ। ਸੋ ਇਹਦੀ ਜਦੋਂ ਪੂਰੀ ਰਿਪੋਰਟ ਦੇਖੀ ਜਾ ਰਹੀ ਆ, ਇਹਨੂੰ ਡੂੰਘਾਈ ਦੇ ਵਿੱਚੋਂ ਦੇਖਿਆ ਜਾ ਰਿਹਾ ਕਿ ਕਿਹੜੀਆਂ ਐਪਸ ਦੀਆਂ ਕੈਟਾਗਰੀਜ਼ ਦੇ ਉੱਤੇ ਲੋਕ ਵੱਧ ਪੈਸਾ ਸਪੈਂਡ ਕਰ ਰਹੇ ਆ। ਜਾਂ ਤਾਂ ਐਪ ਨੂੰ ਖਰੀਦਣ ਦੇ ਉੱਤੇ,
ਜਾਂ ਉਹਦੀ ਮੰਥਲੀ ਸਬਸਕ੍ਰਿਪਸ਼ਨ ਦੇ ਉੱਤੇ, ਜਾਂ ਫਿਰ ਉਹਦੇ ਵਿੱਚ ਅੱਗਿਓਂ ਜਾ ਕੇ ਜਿਹੜੀਆਂ ਕੁਝ ਹੋਰ ਪੇ ਕਰਨਾ ਚਾਹੁੰਦਾ ਗੇਮਿੰਗ ਦੇ ਉੱਤੇ। ਜਿਹੜੀਆਂ ਬਹੁਤ ਸਾਰਾ ਯੂਥ ਤੇ ਬੱਚੇ ਗੇਮਾਂ ਖੇਡਦੇ ਆ, ਇਹਦੇ ਵਿੱਚ 16 ਬਿਲੀਅਨ ਜਿਹੜੇ ਡਾਲਰ ਹੈਗਾ ਆ ਉਹ ਇਹਦੇ ਵਿੱਚ 2021 ਦੇ ਵਿੱਚ ਐਡ ਕੀਤਾ ਗਿਆ, ਤੇ ਟੋਟਲ 116 ਬਿਲੀਅਨ ਡਾਲਰ ਕੱਲੀ ਗੇਮਿੰਗ ਵਾਲੀ ਕੈਟਾਗਰੀ ਦੇ ਵਿੱਚ ਆ। ਜਿਹੜੀ ਫਾਈਨੈਂਸ ਦੀ ਕੈਟਾਗਰੀ ਆ ਉਹਦੇ ਵਿੱਚ ਇੰਡੀਆ ਟੌਪ ਕਰ ਰਿਹਾ, ਮਤਲਬ 1 ਬਿਲੀਅਨ ਡਾਊਨਲੋਡ ਕੀਤਾ ਗਿਆ ਇੰਡੀਆ ਦੇ ਵਿੱਚ 2021 ਦੇ ਵਿੱਚ, ਤੇ ਕੈਟਾਗਰੀ ਜਿਹੜੀ ਹੈ 28% ਹਰ ਸਾਲ ਇਹ ਡਾਊਨਲੋਡ ਵੱਧਦਾ ਜਾ ਰਿਹਾ। ਇਸੇ ਤਰ੍ਹਾਂ ਸ਼ਾਪਿੰਗ ਵਾਲੀ ਕੈਟਾਗਰੀ ਦੇ ਵਿੱਚ ਬਹੁਤ ਸਾਰੀਆਂ ਬਿਲੀਅਨਸ ਦੇ ਵਿੱਚ ਡਾਊਨਲੋਡਸ ਹੋਈਆਂ ਆ, ਜਿਨ੍ਹਾਂ ਦੇ ਵਿੱਚ ਸਿੰਗਾਪੁਰ, ਬ੍ਰਾਜ਼ੀਲ ਤੇ ਦੂਜੇ ਦੇਸ਼ ਸਭ ਤੋਂ ਜ਼ਿਆਦਾ ਮੋਹਰੇ ਨੇ। ਵੀਡੀਓ ਸਟ੍ਰੀਮਿੰਗ ਦੇ ਵਿੱਚ ਬਹੁਤ ਸਾਰਾ ਲੋਕਾਂ ਨੇ ਜਿਹੜਾ ਇਹ ਸਪੈਂਡ ਕੀਤਾ ਆ। ਇਸੇ ਤਰ੍ਹਾਂ ਹੀ ਫੂਡ ਐਂਡ ਡਰਿੰਕ ਦੇ ਉੱਤੇ, ਹੈਲਥ ਐਂਡ ਫਿਟਨੈਸ ਦੇ ਉੱਤੇ, ਆਪਣੇ ਆਪ ਦੇ ਵਿੱਚ ਜਿਹੜੀ ਇਹਦੇ ਉੱਤੇ ਜਿੰਨੀਆਂ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਐਪਸ ਡਾਊਨਲੋਡ ਹੋ ਰਹੀਆਂ ਆ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇੰਡਸਟਰੀ ਆ। ਇਹਦੇ ਬਾਰੇ ਸਾਨੂੰ ਜਾਣਕਾਰੀ ਵੀ ਦਿੰਦੀ ਆ, ਤੇ ਇਹਦਾ ਡਾਟਾ ਵੀ ਦੱਸ ਰਿਹਾ ਹੈ ਕਿ ਲੋਕ ਕਿੰਨਾ ਸਮਾਂ ਹੁਣ ਮੋਬਾਈਲ ਦੇ ਉੱਤੇ ਬਿਤਾਉਂਦੇ ਆ, ਤੇ ਉਹਦੇ ਵਿੱਚੋਂ ਵੀ ਬਹੁਤ ਆ ਜਿਹੜੀਆਂ ਕਿਹੜੀਆਂ ਐਪਸ ਦੇ ਉੱਤੇ ਜ਼ਿਆਦਾ ਸਮਾਂ ਬਿਤਾਉਂਦੇ ਆ। ਇਹ ਵੀ ਇਹਦਾ ਡੀਪ ਐਨਾਲਿਸਿਸ ਸਾਡੇ ਸਾਹਮਣੇ ਦੱਸ। ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਹੁਤ ਬਰਫ਼ਬਾਰੀ ਹੁੰਦੀ ਆ, ਤਾਪਮਾਨ ਬਹੁਤ ਥੱਲੇ ਚਲਿਆ ਜਾਂਦਾ, ਠੰਡ ਸਾਲ ਦਾ ਬਹੁਤਾ ਸਮਾਂ ਰਹਿੰਦੀ ਆ, ਸਾਲ ਦਾ ਬਹੁਤਾ ਸਮਾਂ ਉੱਥੇ ਬਰਫ਼ ਜੰਮੀ ਰਹਿੰਦੀ ਆ। ਵਿਨੀਪੈਗ ਇੱਕ ਮੈਨੀਟੋਬਾ ਇਹੋ ਜਿਹਾ ਇਲਾਕਾ ਆ, ਇਹੋ ਜਿਹਾ ਪ੍ਰੋਵਿੰਸ ਆ। ਵਿਨੀਪੈਗ ਉੱਥੇ ਦਾ ਇਹੋ ਜਿਹਾ ਸ਼ਹਿਰ ਆ ਜਿੱਥੇ ਸਾਲ ਦਾ ਬਹੁਤਾ ਹਿੱਸਾ ਬਰਫ਼ ਰਹਿੰਦੀ ਆ, ਤੇ ਲੋਕ ਫਿਰ ਉਹਦੇ ਅਨੁਸਾਰ ਆਪਣਾ ਜੀਵਨ ਢਾਲ ਲੈਂਦੇ ਆ। ਇਸੇ ਬਰਫ਼ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਆ, ਬਹੁਤ ਸਾਰੀਆਂ ਗੇਮਸ ਹੁੰਦੀਆਂ ਆ। ਇਹਦੇ ਨਾਲ ਸੰਬੰਧਿਤ ਇੱਕ ਵਿੰਟਰ ਸਾਈਕਲਿੰਗ ਜਿਹੜੀ ਹੈਗੀ ਆ ਉਹ ਆਪਾਂ ਸਾਰਿਆਂ ਨੇ ਸੁਣੀ ਆ, ਪਰ ਬਰਫ਼ ਦੇ ਉੱਤੇ ਸਾਈਕਲਿੰਗ ਕਰਨੀ, ਇਹ ਵਿਨੀਪੈਗ ਦੇ ਵਿੱਚ ਇੱਕ ਨਵੀਂ ਕਾਢ ਕੱਢੀ ਗਈ ਹੈ। ਕੁਛ ਜਿਹੜੇ ਲੋਕਲ ਐਂਟਰਪ੍ਰੀਨਿਓਰਸ ਨੇ, ਉਹਨਾਂ ਨੇ ਵਿਨੀਪੈਗਰਸ ਨੇ, ਵਿਨੀਪੈਗ ਵਿੱਚ ਰਹਿਣ ਵਾਲੇ ਲੋਕ ਨੇ, ਉਹਨਾਂ ਨੇ ਇੱਕ ਨਵਾਂ ਆਈਡੀਆ ਤਿਆਰ ਕੀਤਾ ਆ, ਜਿਸ ਆਈਡੀਏ ਤਹਿਤ ਆਈਸ ਦੇ ਉੱਤੇ ਬਾਈਕ ਨੂੰ ਚਲਾਇਆ ਜਾ ਰਿਹਾ, ਜਿਹਦੇ ਨਾਲ ਲੋਕ ਬਾਹਰ ਘੁੰਮ ਫਿਰ ਵੀ ਰਹੇ ਆ, ਉਹਨਾਂ ਦੀ ਐਕਸਰਸਾਈਜ਼ ਵੀ ਹੋ ਰਹੀ ਹੈ। ਸਪਾਰਕ ਰੈਂਟਲ ਜਿਹੜਾ ਹੈਗਾ ਉਹ ਆਈਸ ਸਾਈਕਲ ਦੇ ਪਿੱਛੇ ਹੈ। ਕੈਨੇਡਾ ਦਾ ਪਹਿਲੀ ਆਈਸ ਸਾਈਕਲ ਕੰਪਨੀ ਜਿਹੜੀ ਲਾਂਚ ਕੀਤੀ ਗਈ ਆ ਇਹ ਲੰਘੇ ਵੀਕਐਂਡ ਵਿਨੀਪੈਗ ਦੇ ਵਿੱਚ। ਆਈਸ ਸਾਈਕਲ ਕੀ ਹੈ? ਇਹ ਲਗਭਗ ਕਹਿੰਦੇ ਉੱਦਾਂ ਦਾ ਹੀ ਹੈ ਜਿੱਦਾਂ ਦਾ ਇਹ ਲੱਗਦਾ ਆ, ਜਿੱਦਾਂ ਦਾ ਇਹਦਾ ਨਾਂ ਦੱਸਦਾ ਆ ਕਿ ਆਈਸ ਦੇ ਉੱਤੇ ਚਲਾਉਣ ਵਾਲਾ ਸਾਈਕਲ। ਇਹਦੇ ਜਿਹੜੇ ਕੋ ਫਾਊਂਡਰ ਆ ਉਹਨਾਂ ਨੇ ਇਹ ਦੱਸਿਆ ਆ, ਪਿਛਲੇ ਟਾਇਰ ਜਿਹੜੇ ਉਸੇ ਤਰ੍ਹਾਂ ਸਾਈਕਲ ਦੇ ਟਾਇਰ ਹੁੰਦੇ ਜਿੱਦਾਂ ਆਮ ਟਾਇਰਾਂ ਦੇ ਹੁੰਦੇ ਆ, ਦੂਜੇ ਬਾਈਕਸ ਦੇ ਟਾਇਰ ਹੁੰਦੇ ਆ, ਤੇ ਜਿਹੜਾ ਫਰੰਟ ਵਾਲਾ ਪਾਸਾ ਆ ਉਹਨੂੰ ਜਾਂ ਤਾਂ ਬਲੇਡ ਦੇ ਨਾਲ ਜਾਂ ਸਕੀਜ਼ ਦੇ ਨਾਲ ਜਿਹੜਾ ਉਹ ਰਿਪਲੇਸ ਕਰ ਦਿੱਤਾ ਗਿਆ। ਸੋ ਤੁਸੀਂ ਪੈਡਲ ਮਾਰਦੇ ਹੋ ਬਾਈਕ ਦੇ ਨਾਲ, ਪਿਛਲੇ ਟਾਇਰ ਘੁੰਮਦੇ ਆ ਤੇ ਉਹਦੇ ਨਾਲ ਅੱਗੇ ਜਿਹੜਾ ਬਲੇਡ ਆ ਉਹ ਅੱਗੇ ਸਰਕਦਾ ਆ, ਤੇ ਲੋਕ ਇਸ ਨਵੇਂ ਸਾਈਕਲਿੰਗ ਆਈਸ ਦੇ ਉੱਤੇ ਕਰਨ ਦਾ ਆਨੰਦ ਲੈ ਰਹੇ ਆ। ਦੱਸਿਆ ਜਾ ਰਿਹਾ ਕਿ ਆਈਡੀਆ ਉਹਨਾਂ ਦੇ ਬਿਜ਼ਨਸ ਪਾਰਟਨਰ ਸਿਨਾਨ ਲਿਓਕ ਦਾ ਆ, ਜਿਹੜਾ ਚਾਈਨਾ ਦੇ ਵਿੱਚ 2014 ਦੇ ਵਿੱਚ ਗਿਆ ਸੀ, ਤੇ ਉੱਥੇ ਉਹਨੇ ਇਸ ਤਰ੍ਹਾਂ ਦੇ ਵਹੀਕਲ ਦੇਖੇ ਸੀ, ਤੇ ਫਿਰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਕਿਉਂ ਨਾ ਇਹ ਚੀਜ਼ ਇੱਥੇ ਵਿਨੀਪੈਗ ਦੇ ਵਿੱਚ ਬਣਾਈ ਜਾਵੇ। ਪੈਂਡੈਮਿਕ ਦੇ ਵਿੱਚ ਲੋਕਾਂ ਕੋਲੇ ਸਮਾਂ ਬਹੁਤ ਜ਼ਿਆਦਾ ਹੈ, ਲੋਕ ਘਰਾਂ ਦੇ ਵਿੱਚ ਫਸੇ ਬੈਠੇ ਆ, ਬਾਹਰ ਇਕੱਲੇ ਨਿਕਲਣਾ ਚਾਹੁੰਦੇ ਆ, ਉਹਨਾਂ ਕੋਲੇ ਸਾਧਨ ਕੋਈ ਨਹੀਂ। ਉਹਦੇ ਲਈ ਕਹਿੰਦੇ ਇਹ ਬਾਈਕ ਇੱਕ ਖਾਸ ਤੌਰ ਦੇ ਉੱਤੇ ਬਹੁਤ ਵਧੀਆ ਚੀਜ਼ ਸਾਹਮਣੇ ਆਈ ਹੈ। ਇਹ ਸਿੰਗਲ ਮਾਡਲ ਵੀ ਹੈਗੇ ਆ, ਤੇ ਜਿਹੜੇ ਟੈਂਡਮਸ ਵੀ ਹੈਗੇ ਆ, 2 ਜਣੇ ਵੀ ਉਹਦੇ ਉੱਤੇ ਚੜ੍ਹ ਸਕਦੇ ਆ, ਜਾਂ ਬੱਚਾ ਜਿਹੜਾ ਆ ਜਾਂ ਕਿਸੇ ਉਹਨੂੰ ਡੌਗਸ ਨੂੰ ਨਾਲ ਲਿਜਾਂਦਾ ਜਾ ਸਕਦਾ, ਤੇ ਇਕੱਲੇ ਵੀ ਸਾਈਕਲ ਦੇ ਉੱਤੇ ਜਾ ਸਕਦੇ ਆ, ਰੈਂਟ ਦੇ ਉੱਤੇ ਵੀ ਮਿਲ ਜਾਂਦੇ ਆ। ਤੇ ਲੱਗਦਾ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਬਹੁਤ ਸਾਰੇ ਉਹਨਾਂ ਹਿੱਸਿਆਂ ਦੇ ਵਿੱਚ ਇਹ ਜ਼ਿਆਦਾ ਪੋਪੂਲਰ ਹੋਣਗੇ ਜਿੱਥੇ ਸਾਲ ਦਾ ਬਹੁਤਾ ਸਮਾਂ ਬਰਫ਼ ਪਈ ਰਹਿੰਦੀ ਆ, ਤੇ ਲੋਕ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਆ। ਜਿਹੜਾ ਲੋਕਾਂ ਦਾ ਕਹਿੰਦੇ ਇਹਦੇ ਉੱਤੇ ਰਿਐਕਸ਼ਨ ਸੀ ਉਹ ਬਹੁਤ ਪੋਜ਼ਿਟਿਵ ਸੀ। ਜਿਹੜੇ ਵਿਨੀਪੈਗ ਨਿਵਾਸੀ ਨੇ ਉਹਨਾਂ ਨੇ ਇਸ ਜਿਹੜੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਦਰਿਆ ਜਿਹੜੇ ਕਿ ਜੰਮ ਜਾਂਦੇ ਆ, ਉਹਨਾਂ ਦੇ ਉੱਤੇ ਸਾਈਕਲ ਚਲਾਉਣ ਦਾ ਆਨੰਦ ਮਾਣਿਆ। ਉਹ ਦੱਸ ਰਹੇ ਆ ਕਿ ਲਗਾਤਾਰ ਹਰ ਸਾਲ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਲੱਗਦਾ ਹੈ ਕਿ ਜਿਹੜੀਆਂ ਇਹ ਰਿਵਰ ਟ੍ਰੇਲਸ ਨੇ ਇਹ ਬਹੁਤ ਸਾਰੀਆਂ ਹੋਰ ਬਿਜ਼ੀ ਹੋਣਗੀਆਂ, ਤੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਬਾਈਕ ਚਲਾਉਣਾ, ਸਾਈਕਲ ਚਲਾਉਣਾ ਆਈਸ ਦੇ ਉੱਤੇ, ਆਈਸ ਸਾਈਕਲ ਜਿਹੜਾ ਆ ਇੱਕ ਖਾਸ ਆਕਰਸ਼ਣ ਦਾ ਕੇਂਦਰ ਹੋਏਗਾ। ਕੋਵਿਡ-19 ਦਾ ਇੱਕ ਸਭ ਤੋਂ ਵੱਡਾ ਅਸਰ ਗਰੋਸਰੀ ਸਟੋਰਾਂ ਦੇ ਉੱਤੇ ਪਿਆ।
ਜਦੋਂ ਪੈਂਡੈਮਿਕ ਅਨਾਉਂਸ ਹੋਈ ਸੀ, ਜਦੋਂ ਸ਼ੁਰੂ ਦੇ ਵਿੱਚ ਕੋਵਿਡ-19 ਦਾ ਰੌਲਾ ਗੋਲਾ ਪਿਆ ਸੀ, ਉਸ ਵੇਲੇ ਸਭ ਤੋਂ ਵੱਧ ਲੋਕਾਂ ਦੀ ਦੌੜ ਗਰੋਸਰੀ ਸਟੋਰਾਂ ਵੱਲ ਗਈ ਸੀ। ਉੱਥੇ ਬਹੁਤ ਸਾਰੀਆਂ ਸ਼ੈਲਵਸ ਖਾਲੀ ਹੋ ਗਈਆਂ ਸੀ, ਸਮਾਨ ਲੱਭਦਾ ਨਹੀਂ ਸੀ। ਸਰਕਾਰਾਂ ਬੇਨਤੀਆਂ ਕਰਦੀਆਂ ਸੀ ਕਿ ਜਿਹੜੀ ਆ ਪੈਨਿਕ ਬਾਇੰਗ ਨਾ ਕਰੋ, ਜ਼ਿਆਦਾ ਖਰੀਦ ਕੇ ਨਾ ਰੱਖੋ, ਸਪਲਾਈ ਚੇਨ ਇਸੇ ਤਰ੍ਹਾਂ ਚੱਲਦੀ ਰਹਿਣੀ ਆ, ਜਿੰਨੀ ਲੋੜ ਆ ਉਨਾ ਸਮਾਨ ਹੀ ਲੈ ਕੇ ਜਾਓ। ਹੌਲੀ ਹੌਲੀ ਲੋਕਾਂ ਨੂੰ ਇਹਦੀ ਆਦਤ ਪੈ ਗਈ, ਲੋਕ ਆਪਣੀ ਲੋੜੀਂਦਾ ਜਿੰਨਾ ਸਮਾਨ ਉਹਨਾਂ ਨੂੰ ਚਾਹੀਦਾ ਸੀ ਉਹ ਲਿਆਉਣ ਲੱਗ ਪਏ। ਉਹ ਸਮਾਂ ਬਹੁਤ ਭਿਆਨਕ ਸੀ ਜਦੋਂ ਗਰੋਸਰੀ ਸਟੋਰਾਂ ਦੀਆਂ ਸ਼ੈਲਵਸ ਖਾਲੀ ਪਈਆਂ ਸੀ, ਉਹਨਾਂ ਦੇ ਉੱਤੇ ਸਮਾਨ ਨਹੀਂ ਸੀ ਲੱਭਦਾ। ਹੁਣ ਫੇਰ ਲਗਭਗ ਉੱਦਾਂ ਦਾ ਸਮਾਂ ਆਇਆ ਆ। ਹੁਣ ਵੀ ਗਰੋਸਰੀ ਸਟੋਰ ਦੀਆਂ ਸ਼ੈਲਵਸ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੁਸੀਂ ਦੇਖੋਗੇ ਖਾਲੀ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇੱਕ ਖਾਲੀਪਨ ਸ਼ੈਲਵਸ ਦਾ ਵਧਣਾ ਆ। ਬਹੁਤ ਸਾਰੀਆਂ ਹੋਰ ਜਿਹੜੀਆਂ ਸ਼ੈਲਫਾਂ ਨੇ ਉਹ ਖਾਲੀ ਹੋਣਗੀਆਂ। ਇਸ ਵਾਰੀ ਲੋਕਾਂ ਨੇ ਸਮਾਨ ਜ਼ਿਆਦਾ ਨਹੀਂ ਖਰੀਦਿਆ, ਲੋਕ ਪੈਨਿਕ ਬਾਇੰਗ ਨਹੀਂ ਕਰ ਰਹੇ, ਲੋਕ ਜਮ੍ਹਾਂ ਨਹੀਂ ਕਰ ਰਹੇ, ਪਿੱਛੋਂ ਸਮਾਨ ਆ ਨਹੀਂ ਰਿਹਾ। ਤੇ ਸੰਕਟ ਇਹ ਆ ਕਿ ਹੁਣ ਜਦੋਂ ਨਵੇਂ ਜਿਹੜੀਆਂ ਫੈਡਰਲ ਰਿਸਟ੍ਰਿਕਸ਼ਨਸ ਥੋੜ੍ਹੇ ਦਿਨਾਂ ਨੂੰ ਹੋਰ ਲਾਗੂ ਹੋ ਜਾਣੀਆਂ, ਤੇ ਇਹਦੇ ਨਾਲ ਹੋਰ ਵੱਡਾ ਸੰਕਟ ਆ ਸਕਦਾ। ਕੈਨੇਡੀਅਨ ਗਰੋਸਰੀ ਸਟੋਰ ਪਿਛਲੇ ਹਫ਼ਤਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇੱਕ ਪ੍ਰੋਬਲਮ ਵੱਡੀ ਆਈ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਵਧੂਗੀ। ਜਿਹੜੇ ਇੰਡਸਟਰੀ ਇਨਸਾਈਡਰ ਨੇ, ਕੁਝ ਅੰਦਰ ਦੇ ਬੰਦੇ ਨੇ, ਉਹ ਦੱਸ ਰਹੇ ਆ ਕਿ ਪ੍ਰੋਡਕਟ ਸ਼ਾਰਟੇਜ ਦੇ ਨਾਲ ਸਾਰੇ ਸਟੋਰ ਬਹੁਤ ਵੱਡੇ ਪੱਧਰ ਦੇ ਉੱਤੇ ਜੂਝ ਰਹੇ ਆ। ਓਮੀਕਰੋਨ ਵੇਰੀਐਂਟਸ ਦੇ ਨਾਲ ਸਮਾਨ ਹੋਰ ਘਟ ਗਿਆ ਆ, ਜਿਹਦੇ ਨਾਲ ਹੋਇਆ ਕੀ ਹੈ ਕਿ ਸਟਾਫ ਸ਼ਾਰਟੇਜ ਆ, ਪੂਰਾ ਸਟਾਫ ਹੀ ਨਹੀਂ ਆ ਰਿਹਾ। ਤਾਂ ਫਿਰ ਸਮਾਨ ਨੂੰ ਕਿੱਦਾਂ ਟਿਕਾਉਣਗੇ, ਕਿੱਧਰੋਂ ਕਿੱਧਰ ਲੈ ਕੇ ਜਾਣਗੇ। ਪਿੱਛੋਂ ਸਪਲਾਈ ਚੇਨ ਪੂਰੀ ਦੀ ਪੂਰੀ ਸਲੋ ਹੋਈ ਹੈ, ਕਿਉਂਕਿ ਬਹੁਤ ਸਾਰੇ ਇੱਕੋ ਵੇਲੇ ਬਹੁਤ ਸਾਰੇ ਲੋਕ ਛੁੱਟੀ 'ਤੇ ਨੇ। ਉਹ ਟਰੱਕਰਸ ਵੀ ਨੇ, ਉਹ ਜਿਹੜੇ ਗਰੋਸਰੀ ਸਟੋਰਾਂ ਦੇ ਵਿੱਚ ਕੰਮ ਕਰਨ ਵਾਲੇ ਵੀ ਨੇ। ਤੇ ਦੱਸਿਆ ਇਹ ਜਾ ਰਿਹਾ ਜਿਹੜੀਆਂ ਕੁਛ ਐਗਰੀ ਫੂਡ ਐਨਾਲਿਟੀਕਲ ਲੈਬਸ ਨੇ, ਉਹਨਾਂ ਦੇ ਜਿਹੜੇ ਪ੍ਰੋਫੈਸਰ ਨੇ, ਉਹ ਖਾਸ ਕਰ ਡਲਹੌਜ਼ੀ ਯੂਨੀਵਰਸਿਟੀ ਦੇ, ਉਹ ਇਹਦੇ ਉੱਤੇ ਦੱਸ ਰਹੇ ਆ ਕਿ ਜਦੋਂ ਅਸੀਂ ਫੂਡ ਕੰਪਨੀਆਂ ਦੇ ਨਾਲ ਗੱਲ ਕਰਦੇ ਹਾਂ ਤਾਂ ਫਾਰਮ ਤੋਂ ਲੈ ਕੇ ਸਟੋਰ ਤੱਕ ਪਹੁੰਚਣ ਦੇ ਵਿੱਚ ਹਰ ਥਾਂ ਦੇ ਉੱਤੇ 15 ਤੋਂ 20% ਮਿਸਿੰਗ ਆ। ਹੁਣ 15 ਤੋਂ 20% ਸਮਾਨ ਪੂਰਾ ਨਹੀਂ ਆ ਰਿਹਾ ਫਾਰਮ ਦੇ ਵਿੱਚ। ਫਾਰਮ ਨੂੰ ਵਰਕਰ ਚਾਹੀਦੇ ਆ, ਉਹਨਾਂ ਤੋਂ ਬਾਅਦ ਉਹਨਾਂ ਨੇ ਜਿਹੜੀ ਟਰਾਂਸਪੋਰਟੇਸ਼ਨ ਆ, ਫਿਰ ਉੱਥੇ ਆ, ਫਿਰ ਸਟੋਰ ਦੇ ਵਰਕਰ ਨੇ। 15 ਤੋਂ 20% ਜੇਕਰ ਸਪਲਾਈ ਚੇਨ ਮਿਸਿੰਗ ਆ ਤਾਂ ਸ਼ੈਲਫਸ ਖਾਲੀ ਹੋਣਗੀਆਂ। ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀਆਂ ਇਨਵੈਂਟਰੀਜ਼ ਨੇ ਉਹ 2 ਤੋਂ 3 ਗੁਣਾ ਜ਼ਿਆਦਾ ਜਿਹੜੀਆਂ ਪ੍ਰੋਡਿਊਸ ਹੈਗੀਆਂ ਗਰੋਸਰੀ ਸਟੋਰਸ ਦੇ ਵਿੱਚ ਦੇ ਉਹਨਾਂ ਕੋਲ ਲੋਕ ਨਹੀਂ ਆ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਲੋਕਾਂ ਨੂੰ ਸਮਾਨ ਦੇ ਲਈ ਉਡੀਕ ਕਰਨੀ ਪਊਗੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਟਰੱਕਰਸ ਦੇ ਉੱਤੇ ਵੈਕਸੀਨੇਸ਼ਨ ਵਾਲਾ ਮੈਂਡੇਟ ਲਾਗੂ ਹੋ ਗਿਆ ਕਿ ਜੇਕਰ ਤੁਸੀਂ ਅਮਰੀਕਾ ਤੋਂ ਕੈਨੇਡਾ ਵਾਲੇ ਪਾਸੇ ਆ ਰਹੇ ਆ, ਤੁਹਾਡੇ ਵੈਕਸੀਨ ਲੱਗੀ ਹੋਣੀ ਚਾਹੀਦੀ ਆ, ਨਹੀਂ ਤਾਂ 14 ਦਿਨ ਦਾ ਕੁਆਰੰਟੀਨ ਕਰਨਾ ਪਊਗਾ। ਤਾਂ ਸਮੱਸਿਆ ਹੋਰ ਵੱਧ ਜਾਊਗੀ। ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ, ਇਹਦੇ ਕਰਕੇ ਇਹ ਸਮੱਸਿਆ ਦੱਸਦੇ ਆ ਕਿ ਜ਼ਿਆਦਾ ਆ ਸਕਦੀ ਆ। ਇਹ ਚੀਜ਼ ਇਸ ਵੇਲੇ ਹੋਰ ਜ਼ਿਆਦਾ ਸਾਹਮਣੇ ਆ ਰਹੀ ਆ। 15 ਜਨਵਰੀ ਤੋਂ ਇਹ ਚੀਜ਼ ਸਟਾਰਟ ਹੋ ਜਾਣੀ ਹੈ। ਜਦੋਂ ਟਰੱਕ ਡਰਾਈਵਰ ਕੈਨੇਡਾ ਦੇ ਵਿੱਚ ਆਉਣਗੇ ਤਾਂ ਉਹਨਾਂ ਦੀ ਵੈਕਸੀਨੇਸ਼ਨ ਹੋਣੀ ਚਾਹੀਦੀ ਆ। ਤੇ ਜੇ ਇਹ ਨਵੀਆਂ ਗਾਈਡਲਾਈਨਸ ਦੇ ਨਾਲ ਹਜ਼ਾਰਾਂ ਹੀ ਕ੍ਰਾਸ ਬਾਰਡਰ ਟਰੱਕਰ ਨੇ ਜਿਨ੍ਹਾਂ ਦੇ ਉੱਤੇ ਅਸਰ ਪੈ ਸਕਦਾ ਹੈ। 21 ਤੋਂ 22 ਬਿਲੀਅਨ ਡਾਲਰ ਦਾ ਪੂਰਾ ਐਗਰੀ ਫੂਡ ਪ੍ਰੋਡਕਟ ਜਿਹੜਾ ਯੂਨਾਈਟਿਡ ਸਟੇਟਸ ਤੋਂ ਕੈਨੇਡਾ ਵਾਲੇ ਪਾਸੇ ਆਉਂਦਾ, 21 ਤੋਂ 22 ਬਿਲੀਅਨ, ਔਰ ਇਹਦੇ ਵਿੱਚੋਂ 60 ਤੋਂ 70% ਜਿਹੜਾ ਵੋਲਿਊਮ ਆ ਉਹ ਟਰੱਕਾਂ ਦੇ ਥਰੂ ਆਉਂਦਾ। ਤੇ ਜੇਕਰ ਇਹਨਾਂ ਟਰੱਕਰਸ ਦੇ ਉੱਤੇ ਨਵਾਂ ਇਹ ਸ਼ਰਤ ਲਾ ਦਿੱਤੀ ਜਾਂਦੀ ਆ ਤਾਂ ਕੁਦਰਤੀ ਤੌਰ ਤੇ ਇਹਦੇ ਨਾਲ ਸੰਕਟ ਵਧੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖਾਲੀ ਸ਼ੈਲਫਾਂ ਹੋਰ ਦੇ ਸਕਦੀਆਂ। ਪ੍ਰੈਸ਼ਰ ਇਹ ਵੀ ਆ ਕਿ ਜਿਹੜੀ ਵੈਕਸੀਨੇਸ਼ਨ ਮੈਂਡੇਟਸ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਡਿਲੇ ਕੀਤਾ ਜਾਵੇ, ਪਰ ਇੰਡੀਕੇਸ਼ਨਸ ਮਿਲ ਰਹੀਆਂ ਕਿ ਇਹ ਜਿਹੜਾ ਨਹੀਂ ਹੋਣਾ। ਸੋ ਜਿਨ੍ਹਾਂ ਲੋਕਾਂ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਪੈ ਰਿਹਾ ਉਹਨਾਂ ਦੇ ਲਈ ਤਾਂ ਇਹ ਸੰਕਟ ਹੈਗਾ ਹੀ ਆ। ਦੂਜਾ, ਇਹਨਾਂ ਗਰੋਸਰੀਜ਼ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਗਰੋਸਰੀ ਸਟੋਰਸ ਦੇ ਉੱਤੇ ਹੋਰ ਜ਼ਿਆਦਾ ਅਸਰ ਪੈ ਸਕਦਾ। ਹੋਰ ਜ਼ਿਆਦਾ ਜਿਹੜੀ ਇਹ ਗਰੋਸਰੀ ਸਟੋਰਸ ਦੇ ਲਈ ਸੰਕਟ ਖੜਾ ਹੋ ਸਕਦਾ ਤੇ ਜਿਹੜਾ ਅਲਟੀਮੇਟਲੀ ਆਮ ਲੋਕਾਂ ਦੇ ਲਈ ਸੰਕਟ ਖੜਾ ਹੋ ਸਕਦਾ ਕਿ ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਆ ਜਾਂ ਤਾਂ ਓਨੀ ਕੁਆਲਿਟੀ ਦੀ ਨਹੀਂ ਮਿਲ ਰਹੀ, ਜਾਂ ਉਹਨਾਂ ਨੂੰ ਮਹਿੰਗੀ ਮਿਲ ਰਹੀ ਆ, ਤੇ ਜਾਂ ਮਿਲ ਹੀ ਨਹੀਂ ਰਹੀ। ਮੈਡੀਕਲ ਸਾਇੰਸ ਦੇ ਵਿੱਚ ਨਿੱਤ ਨਵੀਆਂ ਖੋਜਾਂ ਹੋ ਰਹੀਆਂ। ਮਨੁੱਖ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਖੋਜਾਂ ਹੋਈਆਂ ਤੇ ਬਹੁਤ ਸਾਰੇ ਲੋਕਾਂ ਦੇ ਆਰਗਨ ਟਰਾਂਸਪਲਾਂਟ ਕੀਤੇ ਜਾਂਦੇ ਆ। ਕਿਸੇ ਦਾ ਅੱਖਾਂ ਜਿਹੜੀਆਂ ਨੇ ਜਾਂ ਕਿਡਨੀਜ਼ ਨੇ ਇਹਨਾਂ ਨੂੰ ਬਦਲ ਦਿੱਤਾ ਜਾਂਦਾ ਕਿਸੇ ਹੋਰ ਵਿਅਕਤੀ ਨਾਲ, ਜਿਹੜਾ ਵਿਅਕਤੀ ਦਾਨ ਕਰਨਾ ਚਾਹੁੰਦਾ ਆ। ਮਰਨ ਤੋਂ ਬਾਅਦ ਬਹੁਤ ਸਾਰੇ ਲੋਕ ਅੰਗ ਦਾਨ ਕਰ ਦਿੰਦੇ ਆ, ਉਹਦੇ ਨਾਲ ਇਹਨਾਂ ਦੀ ਜਿਹੜੀ ਆਰਗਨਸ ਨੇ ਉਹ ਟਰਾਂਸਪਲਾਂਟ ਕੀਤੇ ਜਾਂਦੇ ਆ। ਪਰ ਅਜੇ ਵੀ
ਕਿੰਨੇ ਲੋਕ ਨੇ ਕੈਨੇਡਾ ਦੇ ਵਿੱਚ, ਕਿੰਨੇ ਲੋਕ ਨੇ ਅਮਰੀਕਾ ਦੇ ਵਿੱਚ, ਕਿੰਨੇ ਲੋਕ ਨੇ ਜਿਹੜੇ ਕਿਸੇ ਵੀ ਅੰਗਦਾਨ ਦੀ ਉਡੀਕ ਕਰ ਰਹੇ ਆ ਕਿ ਉਹਨਾਂ ਦੀ ਕਦੋਂ ਵਾਰੀ ਆਊਗੀ। ਤੇ ਕਈ ਵਾਰੀ ਕਈ ਸਾਲ ਲੰਘ ਜਾਂਦੇ, ਉਹ ਬੰਦੇ ਵੀ ਗੁਜ਼ਰ ਜਾਂਦੇ ਆ, ਪਰ ਉਹਨਾਂ ਨੂੰ ਉਹ ਔਰਗਨ ਨਹੀਂ ਮਿਲਦਾ ਕਿਉਂਕਿ ਔਰਗਨ ਡੋਨੇਟ ਕਰਨ ਵਾਲੇ ਲੋਕ ਬਹੁਤੇ ਨਹੀਂ ਆ। ਇਸ ਮਾਮਲੇ ਦੇ ਵਿੱਚ ਵਿਗਿਆਨੀ ਲਗਾਤਾਰ ਯਤਨ ਕਰ ਰਹੇ ਆ ਕਿ ਕਿਉਂ ਨਾ ਦੂਜੇ ਜਾਨਵਰਾਂ ਦੇ ਅੰਗ ਮਨੁੱਖ ਦੇ ਵਿੱਚ ਪਾ ਕੇ ਕੰਮ ਸਾਰਿਆ ਜਾਵੇ, ਇਸ ਤਰ੍ਹਾਂ ਦੀ ਖੋਜ ਕੀਤੀ ਜਾਵੇ। ਅਮਰੀਕਾ ਦੇ ਡਾਕਟਰਾਂ ਨੇ ਇੱਕ ਵੱਡਾ ਕਾਰਨਾਮਾ ਕੀਤਾ। ਇੱਕ ਸੂਰ ਦਾ ਦਿਲ 57 ਸਾਲ ਦੇ ਬਜ਼ੁਰਗ ਦੇ ਸਰੀਰ ਦੇ ਵਿੱਚ ਕਾਮਯਾਬੀ ਨਾਲ ਟਰਾਂਸਪਲਾਂਟ ਕਰ ਦਿੱਤਾ। ਜੇ ਇਹ ਜਿਹੜੀ ਕਿ ਹਜੇ ਤੱਕ ਕਾਮਯਾਬ ਆ, ਇਹ ਜਿਹੜੀ ਟਰਾਂਸਪਲਾਂਟੇਸ਼ਨ ਆ, ਇਹ ਕਿੰਨਾ ਚਿਰ ਕਾਮਯਾਬ ਰਹਿੰਦੀ ਆ ਜਾਂ ਇਹਦੇ ਨਤੀਜੇ ਕਿੰਨੇ ਕੁ ਆਉਂਦੇ, ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ। ਪਰ ਆਪਣੇ ਆਪ ਦੇ ਵਿੱਚ ਇੱਕ ਇਹਨੂੰ ਬਹੁਤ ਵੱਡਾ ਰਿਕਾਰਡ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਸੂਰ ਦਾ ਦਿਲ ਮਨੁੱਖ ਦੇ ਵਿੱਚ ਪਾ ਦਿੱਤਾ ਗਿਆ। ਉਹ ਸੂਰ ਵੀ ਆਮ ਸੂਰ ਨਹੀਂ ਸੀ, ਉਸ ਸੂਰ ਨੂੰ ਪਹਿਲਾਂ ਜੈਨੇਟਿਕਲੀ ਮੋਡੀਫਾਈ ਕੀਤਾ ਗਿਆ, ਉਹਦੇ ਜਿਹੜੇ ਜੀਨਸ ਸੀਗੇ ਉਹਨਾਂ ਨੂੰ ਆਲਟਰ ਕੀਤਾ ਗਿਆ ਕਿਸੇ ਤਰੀਕੇ ਦੇ ਨਾਲ, ਜਿਹੜੇ ਚਾਹੀਦੇ ਸੀ ਜਿਹੜੇ ਨਹੀਂ ਚਾਹੀਦੇ ਸੀ, ਉਹਨਾਂ ਸਾਰਿਆਂ ਦੇ ਉੱਤੇ ਕੰਮ ਕਰਨ ਤੋਂ ਬਾਅਦ ਇੱਕ ਸੂਰ ਨੂੰ ਡਿਵੈਲਪ ਕੀਤਾ ਗਿਆ। ਉੱਤੇ ਸੂਰ ਦਾ ਦਿਲ ਕੱਢ ਕੇ ਉਸ ਵਿਅਕਤੀ ਦੇ ਵਿੱਚ ਪਾਇਆ ਗਿਆ। ਲੰਘੇ ਸ਼ੁੱਕਰਵਾਰ ਇਹ ਇਤਿਹਾਸਕ ਸਰਜਰੀ ਯੂਨੀਵਰਸਿਟੀ ਆਫ ਮੈਰੀਲੈਂਡ ਦੇ ਮੈਡੀਕਲ ਦੇ ਡਾਕਟਰਾਂ ਨੇ ਕੀਤੀ ਆ ਤੇ ਸੋਮਵਾਰ ਨੂੰ ਉਹਨਾਂ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ। ਡਾਕਟਰ ਇਹ ਦੱਸ ਰਿਹਾ ਕਿ 7 ਘੰਟੇ ਸਰਜਰੀ ਚੱਲੀ ਆ, ਮਰੀਜ਼ ਦੀ ਹਾਲਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ। ਆਪਰੇਸ਼ਨ ਹਾਲੇ ਤੱਕ ਪੂਰੀ ਤਰ੍ਹਾਂ ਸਫਲ ਰਿਹਾ ਜਾਂ ਨਹੀਂ, ਇਹਦੇ ਬਾਰੇ ਉਹ ਕਹਿੰਦੇ ਕਹਿਣਾ ਕੁਝ ਵੀ ਜਲਦਬਾਜ਼ੀ ਆ। ਮੈਰੀਲੈਂਡ ਦਾ ਰਹਿਣ ਵਾਲਾ ਇਹ ਡੇਵਿਡ ਵੈਨਟ ਜਿਹੜਾ ਆ, ਲੰਬੇ ਸਮੇਂ ਤੋਂ ਹਾਰਟ ਪ੍ਰੋਬਲਮ ਦੇ ਨਾਲ ਜਿਹੜਾ ਪੀੜਤ ਸੀਗਾ, ਪਰੇਸ਼ਾਨੀ ਜ਼ਿਆਦਾ ਵਧਣ ਦੇ ਨਾਲ ਆਪਰੇਸ਼ਨ ਜਿਹੜਾ ਉਹ ਦੇ ਤੌਰ ਦੇ ਉੱਤੇ ਸੂਰ ਦਾ ਦਿਲ ਟਰਾਂਸਪਲਾਂਟ ਕੀਤਾ ਗਿਆ। ਤੇ ਜਿਹੜਾ ਇਹ ਡੇਵਿਡ ਬੈਨਟ ਸੀ, ਇਹ ਮੰਨ ਗਿਆ ਇਸ ਐਕਸਪੈਰੀਮੈਂਟ ਦੇ ਲਈ ਕਿ ਤੁਸੀਂ ਮੇਰੇ ਉੱਤੇ ਐਕਸਪੈਰੀਮੈਂਟ ਕਰ ਸਕਦੇ ਹੋ। ਇਹ ਕਿੰਨਾ ਹੁਣ ਕਾਮਯਾਬ ਰਹਿੰਦਾ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਇਤਿਹਾਸਿਕ ਘਟਨਾ ਆ। ਡੇਵਿਡ ਬੈਨਟ ਕਹਿ ਰਿਹਾ ਕਿ ਮੇਰੇ ਕੋਲ ਦੋ ਹੀ ਆਪਸ਼ਨ ਸੀ, ਜਾਂ ਤਾਂ ਮੈਂ ਮੌਤ ਨੂੰ ਚੁਣ ਲੈਂਦਾ ਤੇ ਜਾਂ ਮੈਂ ਇਸ ਟਰਾਂਸਪਲਾਂਟ ਨੂੰ ਚੁਣ ਲੈਂਦਾ। ਤੇ ਉਹ ਕਹਿੰਦਾ ਮੈਂ ਜੀਣਾ ਚਾਹੁੰਦਾ ਆ ਤੇ ਮੈਂ ਇਸ ਟਰਾਂਸਪਲਾਂਟੇਸ਼ਨ ਨੂੰ ਚੁਣਿਆ ਤੇ ਇਹਦੇ ਲਈ ਮੰਨ ਗਿਆ। ਜਿਹੜੇ ਜਿਨ੍ਹਾਂ ਨੇ ਸਰਜਰੀ ਕੀਤੀ ਆ, ਡਾਕਟਰ ਵਾਟਲੀ ਗ੍ਰਿਫਥ, ਉਹ ਕਹਿੰਦੇ ਆ ਕਿ ਸਰਜਰੀ ਦੇ ਬਾਰੇ ਦੇ ਵਿੱਚ ਸਾਨੂੰ ਨਵੀਂ ਜਾਣਕਾਰੀ ਮਿਲ ਰਹੀ ਹੈ। ਟਰਾਂਸਪਲਾਂਟ ਦੇ ਫੈਸਲੇ ਦੇ ਉੱਤੋਂ ਕਾਫੀ ਖੁਸ਼ ਆ, ਮਰੀਜ਼ ਦੇ ਚਿਹਰੇ ਉੱਤੇ ਮੁਸਕਾਨ ਆ। ਜਿਹੜਾ ਇਹ ਵੀ ਗੱਲ ਇੱਥੇ ਦੱਸਣਯੋਗ ਆ ਕਿ ਸੂਰ ਦੇ ਦਿਲ ਦਾ ਵਾਲਵ ਇਨਸਾਨਾਂ ਦੇ ਵਿੱਚ ਕਈ ਦਹਾਕਿਆਂ ਤੋਂ ਬੜੀ ਸਫਲਤਾਪੂਰਵਕ ਇਸਤੇਮਾਲ ਕੀਤਾ ਜਾ ਰਿਹਾ। ਡਾਕਟਰਾਂ ਦੇ ਮੁਤਾਬਕ ਜੇ ਸਰਜਰੀ ਸਫਲ ਹੋ ਜਾਂਦੀ ਆ ਤਾਂ ਵਿਗਿਆਨ ਦੇ ਖੇਤਰ ਵਿੱਚ ਇੱਕ ਬੜਾ ਚਮਤਕਾਰ ਹੋਊਗਾ। ਕਈ ਸਾਲਾਂ ਤੋਂ ਜਾਨਵਰਾਂ ਦੇ ਅੰਗਾਂ ਨੂੰ ਇਨਸਾਨੀ ਸਰੀਰ ਦੇ ਵਿੱਚ ਟਰਾਂਸਪਲਾਂਟ ਕਰਨ ਦੀ ਖੋਜ ਦੇ ਵਿੱਚ ਇੱਕ ਵੱਡੀ ਮਦਦ ਮਿਲ ਸਕਦੀ ਹੈ। ਟਰਾਂਸਪਲਾਂਟ ਤੋਂ ਬਾਅਦ ਸੂਰ ਦਾ ਦਿਲ ਠੀਕ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ। ਫਿਲਹਾਲ ਡੇਵਿਡ ਬੈਨਟ ਦਾ ਜਿਹੜਾ ਹਾਰਟ ਲੰਗ ਬਾਈਪਾਸ ਮਸ਼ੀਨ ਦੇ ਉੱਤੇ ਉਹਨੂੰ ਰੱਖਿਆ ਆ। ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਹਦੀ ਨਿਗਰਾਨੀ ਕਰ ਰਹੀ ਆ। ਅਗਲੇ ਕੁਝ ਹਫ਼ਤੇ ਜਿਹੜੇ ਨੇ ਦੱਸਿਆ ਜਾ ਰਿਹਾ ਕਿ ਉਹ ਬਹੁਤ ਮਹੱਤਵਪੂਰਨ ਹੈ। ਇੱਥੇ ਵਿਗਿਆਨੀ ਦੱਸ ਰਿਹਾ ਹੈ ਕਿ ਸਿਰਫ ਕਿਸੇ ਸੂਰ ਦਾ ਦਿਲ ਹੀ ਕਿਉਂ ਪਾਇਆ ਗਿਆ। ਔਰਗਨ ਟਰਾਂਸਪਲਾਂਟ ਦੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਸੂਰ ਦਾ ਦਿਲ ਇਨਸਾਨ ਦੇ ਵਿੱਚ ਟਰਾਂਸਪਲਾਂਟ ਕਰਨ ਦੇ ਲਈ ਲਗਭਗ ਠੀਕ ਆ। ਸੂਰ ਦੇ ਜਿਹੜੇ ਸੈਲਜ਼ ਨੇ ਉਹਦੇ ਵਿੱਚ ਕਈ ਕਿਸਮ ਦੀਆਂ ਤਬਦੀਲੀਆਂ ਕਰਨੀਆਂ ਪਈਆਂ। FDA ਨੇ ਐਮਰਜੈਂਸੀ ਯੂਜ਼ ਦੇ ਲਈ ਮਨਜ਼ੂਰੀ ਦੇ ਦਿੱਤੀ ਆ। ਜੇਕਰ ਇਹ ਜਿਹੜਾ ਆਪਰੇਸ਼ਨ ਆ ਸਫਲ ਰਹਿੰਦਾ, ਆਉਣ ਵਾਲੇ ਦਿਨਾਂ ਦੇ ਵਿੱਚ ਵਿਅਕਤੀ ਠੀਕ ਠਾਕ ਰਹਿੰਦਾ ਆ, ਤਾਂ ਇਹ ਸੱਚਮੁੱਚ ਇੱਕ ਵੱਡਾ ਕਾਰਨਾਮਾ ਹੋਊਗਾ। ਇੱਥੇ ਜਿਹੜੇ ਐਨੀਮਲ ਰਾਈਟਸ ਵਾਲੇ ਨੇ, ਜਿਹੜੇ ਇਹ ਕਹਿੰਦੇ ਕਿ ਜਾਨਵਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਚਾਹੀਦੀ ਹੈ, ਉਹ ਇਸ ਗੱਲ ਬਾਰੇ ਵੀ ਚਿੰਤਤ ਨੇ। ਉਹ ਕਹਿੰਦੇ ਗਲਤ ਹੋ ਰਿਹਾ, ਇੱਦਾਂ ਨਹੀਂ ਕਰਨਾ ਚਾਹੀਦਾ ਕਿ ਜਾਨਵਰਾਂ ਦਾ ਦਿਲ ਕੱਢ ਕੇ ਤੁਸੀਂ ਕਿਸੇ ਬੰਦੇ ਦੇ ਪਾ ਦਿਓ, ਇਨਸਾਨ ਦੇ ਪਾ ਦਿਓ। ਕਰਨਾ ਇਹ ਚਾਹੀਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰਤ ਕਰੋ ਕਿ ਤੁਸੀਂ ਆਪਣੇ ਅੰਗਦਾਨ ਕਰੋ। ਤੇ ਜੇ ਸਾਰੇ ਲੋਕ ਅੰਗਦਾਨ ਕਰ ਦਿੰਦੇ ਫਿਰ ਦੁਨੀਆ ਦੇ ਵਿੱਚ ਇਹਨਾਂ ਔਰਗਨਸ ਦੀ ਕਮੀ ਰਹਿਣੀ ਨਹੀਂ। ਸੋ ਇਹ ਕਿੰਨਾ ਚਿਰ ਕਾਮਯਾਬ ਰਹਿੰਦਾ। 1984 ਦੇ ਵਿੱਚ ਵੀ ਇੱਕ ਬੱਚੇ ਦੇ ਸਰੀਰ ਦੇ ਵਿੱਚ ਬਬੂਨ, ਜਿਹੜੀ ਬਾਂਦਰ ਦੀ ਇੱਕ ਪ੍ਰਜਾਤੀ ਆ, ਉਹਦਾ ਦਿਲ ਟਰਾਂਸਪਲਾਂਟ ਕੀਤਾ ਗਿਆ ਸੀ। ਪਰ ਜਿਹੜਾ ਉਹ ਬੱਚਾ ਸੀ ਉਹ ਸਰਜਰੀ ਤੋਂ ਸਿਰਫ 21 ਦਿਨ ਬਾਅਦ ਜਿਉਂਦਾ ਰਿਹਾ ਸੀ। ਸੋ ਹੁਣ ਇਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਇਹ ਇਤਿਹਾਸਕ ਕਦਮ ਆ। ਅਮਰੀਕਾ ਦੇ ਵਿੱਚ ਲਗਭਗ 1 ਲੱਖ ਤੋਂ ਜ਼ਿਆਦਾ ਲੋਕ ਔਰਗਨ ਟਰਾਂਸਪਲਾਂਟ ਦਾ ਇੰਤਜ਼ਾਰ ਕਰ ਰਹੇ ਆ। ਹਰ ਸਾਲ 6000 ਤੋਂ ਜ਼ਿਆਦਾ ਮਰੀਜ਼ ਇਸ ਕਰਕੇ ਮਰ ਜਾਂਦੇ ਆ ਕਿਉਂਕਿ ਔਰਗਨ ਟਰਾਂਸਪਲਾਂਟ ਹੁੰਦਾ ਨਹੀਂ, ਉਹਨਾਂ ਨੂੰ ਜਿਹੜੇ ਅੰਗ ਆ ਉਹ ਮਿਲਦੇ ਨਹੀਂ। ਪਿਛਲੇ ਸਾਲ ਅਮਰੀਕਾ ਦੇ ਵਿੱਚ 3800 ਤੋਂ ਜ਼ਿਆਦਾ ਰਿਕਾਰਡ ਹਾਰਟ ਟਰਾਂਸਪਲਾਂਟ ਕੀਤੇ ਗਏ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਰੇਸ਼ਨ ਕਿਸ ਪਾਸੇ ਨੂੰ ਜਾਂਦਾ, ਇਹਦੇ ਨਾਲ ਮਨੁੱਖ ਦੀਆਂ ਅੱਜ ਤੱਕ ਕੀਤੀਆਂ ਗਈਆਂ ਖੋਜਾਂ ਦੇ ਵਿੱਚ
ਇੱਕ ਬਹੁਤ ਵੱਡਾ ਮੋੜ ਸਾਬਿਤ ਹੋ ਸਕਦਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।